ਸਾਡੇ ਨਾਲ ਸਾਡੇ ਦਰਸ਼ਕ ਜੁੜ ਚੁੱਕੇ ਨੇ। ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਤੁਸੀਂ ਆਪਣਾ ਸਵਾਲ ਸਾਡੇ ਮਾਹਿਰ ਮਹਿਮਾਨ ਕੋਲੋਂ ਪੁੱਛ ਸਕਦੇ ਹੋ ਜਾਂ ਤੁਹਾਡੇ ਕੀਮਤੀ ਸੁਝਾਅ ਸਾਨੂੰ ਦੇ ਸਕਦੇ ਹੋ। ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਜੀ ਮੇਰਾ ਸਵਾਲ ਹੈ ਜੀ ਨੈਤਿਕ ਜ਼ਿੰਮੇਵਾਰੀ ਦੇ ਆਪਣੇ ਆਪ ਕੌਣ ਜ਼ਿੰਮੇਵਾਰ ਹੈ ਜੀ? ਕਿਸ ਚੀਜ਼ ਦਾ ਸਰ? ਜਿਹੜੇ ਨੈਤਿਕ ਜ਼ਿੰਮੇਵਾਰੀ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਮੇਰਾ ਜ਼ਿੰਮੇਵਾਰ ਕੌਣ ਹੈ? ਜਿਵੇਂ ਹੁਣ ਪ੍ਰਵਾਸੀ ਮਜ਼ਦੂਰ ਸੜਕਾਂ ਦੇ ਕਿਨਾਰੇ ਬੈਠੇ ਆ ਛੱਪੀਆਂ ਪਾ ਕੇ ਤੇ ਖੰਭਿਆਂ ਦਾ ਸਿੱਧੀਆਂ ਕੁੰਡੀਆਂ ਲਾ ਲੈਂਦੇ ਆ। ਇਹਨਾਂ ਨੂੰ ਬਿਜਲੀ ਬੋਰਡ ਕਿਉਂ ਨਹੀਂ ਫੜਦਾ ਜੀ? ਇਹ ਘਰਾਂ ਦੇ ਵੀ ਲਾਈਟ ਨਾਲ ਵੜਾ ਦਿੰਦੇ ਆ ਜੀ ਫਿਊਜ਼। ਕਈ ਵਾਰੀ ਉਹ ਕਹਿ ਰਹੇ ਜੀ ਨੈਤਿਕ ਜ਼ਿੰਮੇਵਾਰੀ ਦਾ ਕੌਣ ਜ਼ਿੰਮੇਵਾਰ ਹੈ ਜੀ, ਕੌਣ ਇਹਨੂੰ ਕਰੇਗਾ ਜੀ? ਇਹਦਾ ਸਵਾਲ मैं डॉक्टर साहब पूरा समाज जिम्मेदार है। पूरा समाज जिम्मेवार है। देखो तुम आप भी ये सब ਥੋੜਾ ਮੈਂ ਐਡ ਕਰਨਾ ਚਾਹੂੰਗਾ ਕਿ ਜਿੱਦਾਂ ਇਹਨਾਂ ਨੇ ਕੁੰਡੀ ਦੀ ਗੱਲ ਕੀਤੀ, ਹਾਂਜੀ ਹਾਂਜੀ ਜੇਕਰ ਸਮਾਜ ਦੇ ਲੋਕ ਉਸੇ ਵੇਲੇ ਸਾਨੂੰ ਫੋਨ ਕਰਨ, ਹਾਂਜੀ ਨੰਬਰ ਹਰ ਰੋਜ਼ ਸਾਡੇ ਡਿਸਪਲੇ ਹੁੰਦੇ ਆ, ਹਾਂਜੀ ਤਾਂ ਅਸੀਂ ਤੁਰੰਤ ਇਹਨਾਂ ਲੋਕਾਂ ਨੂੰ ਪਕੜ ਸਕਦੇ ਹਾਂ। ਤਾਂ ਇਹ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੋਈ ਪੜੋਸੀ ਚੋਰੀ ਕਰ ਰਿਹਾ ਤਾਂ ਸਾਨੂੰ ਫੋਨ ਕਰਕੇ ਦੱਸੇ। मेरे ख्याल वो ਜਿਹੜਾ ਵਿਸ਼ੇ ਉਹ ਕਰ ਰਹੇ ਸੀ ਉਹ ਹੋਰ ਥੋੜਾ ਗਹਿਰਾ ਵਿਸ਼ੇ ਹੈ ਕਿ ਉਹ ਜਿਹੜਾ ਗਰੀਬ ਆਦਮੀ ਹੈ, ਦੇਖੋ ਪਹਿਲਾਂ ਤਾਂ ਇੱਕ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਕਿਸੇ ਵਰਗ ਨੂੰ ਇੰਨਾ ਕਮਜ਼ੋਰ ਇੰਨਾ ਦੀਨਹੀਨ ਨਾ ਬਣਾਈਏ ਕਿ ਉਹਨੂੰ ਚੋਰੀ ਕਰਨ ਤੇ ਮਜਬੂਰ ਹੋਣਾ ਪਏ। ਬਿਲਕੁਲ। ਤੇ ਇਹ ਸਮਾਜ ਦੀ ਵੀ ਜ਼ਿੰਮੇਵਾਰੀ, ਅਗਰ ਉਹਦੇ ਕੋਲ ਰਿਸੋਰਸਸ ਹੈ ਹੀ ਨਹੀਂ, ਅਸੀਂ ਨਾ ਉਹਨੂੰ ਮਕਾਨ ਦਿੱਤਾ, ਨਾ ਉਹਦੀ ਕੋਈ ਸੁਰੱਖਿਆ ਦਾ ਵਿਵਸਥਾ ਕੀਤੀ, ਨਾ ਉਹਦੇ ਕੋਲ ਕੋਈ ਆਪਣੀ ਲਾਈਟ ਜਲਾਉਣ ਲਈ ਕੋਈ ਸਾਧਨ ਹੈ, ਤਾਂ ਫਿਰ ਕੀ ਕਰੇਗਾ? ਉਹ ਡੈਸਪਰੇਸ਼ਨ ਚ ਆ ਕੇ ਕੁੰਡੀ ਵੀ ਪਾਉਂਦਾ ਹੈ ਕਿਉਂਕਿ ਉਹਦੇ ਕੋਲ ਕੋਈ ਹੋਰ ਸਾਡੇ ਕੋਲ ਕੋਈ ਆਲਟਰਨੇਟਿਵ ਕੋਈ ਨਹੀਂ ਹੈ। ਬਿਲਕੁਲ ਰਿਸੋਰਸਸ ਮੇਰੇ ਖਿਆਲ ਇਹ ਸਾਰੇ ਸਮਾਜ ਦੇ ਜਿਹੜਾ ਧਨੀ ਵਰਗ ਹੈ ਜਾਂ ਸક્ષਮ ਵਰਗ ਹੈ ਜਾਂ ਸਰਕਾਰ ਹੈ, ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਸਾਡੇ ਭਾਈਚਾਰਾ ਜਿਹੜਾ ਕਮਜ਼ੋਰ ਹੈ ਉਹਨਾਂ ਨੂੰ ਵੀ ਅਸੀਂ ਪ੍ਰੋਪਰ ਸਥਾਨ ਦਈਏ, ਉਹਨਾਂ ਦਾ ਵੀ ਜੀਣ ਦਾ ਅਧਿਕਾਰ ਹੈ ਜੀ। ਅਗਰ ਇਹ ਕਰਾਂਗੇ ਸ਼ਾਇਦ ਇਸੀ ਉਹ ਵੀ ਜਾਗਰੂਕ ਹੋ ਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਇਸ ਚੀਜ਼ ਦਾ ਮੁਕਾਬਲਾ ਕਰਨਾ ਪਏਗਾ ਜੀ। ਔਰ ਜਿਹੜੀ ਸਾਡੇ ਇਸ ਵੇਲੇ ਨੈਤਿਕ ਜ਼ਿੰਮੇਵਾਰੀ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਉਦੋਂ ਹੀ ਕਾਮਯਾਬ ਹੋ ਪਾਏਗੀ ਜਦੋਂ ਸਾਡਾ ਇੱਕ ਬੰਦਾ ਇੱਕ ਨਾਗਰਿਕ ਜਿਹੜਾ ਇਸ ਚੀਜ਼ ਨੂੰ ਸਮਝੇਗਾ। ਔਰ ਜਿਹੜੀ ਵੀ ਚੀਜ਼ਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਸਾਡੇ ਨਾਲ ਚਾਹੇ ਸਾਡਾ ਪਰਿਆਵਰਨ ਜੁੜਿਆ ਹੋਇਆ ਹੈ, ਚਾਹੇ ਸਾਡੇ ਨਾਲ ਸਾਡੇ ਦੋਸਤ ਮਿੱਤਰ ਜੁੜੇ ਹੋਏ, ਸਾਰਿਆਂ ਦੀ ਜੇ ਅਸੀਂ ਦੇਖਭਾਲ ਕਰਾਂਗੇ, ਸੰਭਾਲ ਕਰਾਂਗੇ, ਉਹਨਾਂ ਦੇ ਵਾਸਤੇ ਅਸੀਂ ਸੰਵੇਦਨਸ਼ੀਲ ਹੋਵਾਂਗੇ ਤਾਂ ਇਹ ਜਿਹੜੀ ਨੈਤਿਕ ਜ਼ਿੰਮੇਵਾਰੀ ਦੀ ਭਾਵਨਾ ਸਾਡੇ ਅੰਦਰ ਜਾਗ ਸਕਦੀ ਹੈ। ਤੇ ਮੈਂ ਵੀਰਪਾਲ ਜੀ ਕੋਲੋਂ ਸਵਾਲ ਪੁੱਛਣਾ ਚਾਹਾਂਗਾ ਕਿ ਅਸੀਂ ਗੱਲ ਕਰ ਰਹੇ ਸੀ ਦਹੇਜ ਪ੍ਰਥਾ ਦੇ ਉੱਤੇ ਵੀ। ਦਹੇਜ ਪ੍ਰਥਾ ਹਾਲੇ ਤੱਕ ਵੀ ਇੰਨੇ ਸਾਲਾਂ ਤੋਂ, ਇੰਨੇ ਸਦੀਆਂ ਤੋਂ ਇਹ ਸਾਡੇ ਸਮਾਜ ਦੇ ਵਿੱਚ ਹਾਲੇ ਵੀ ਚੱਲਦੀ ਪਈ ਹੈ। ਔਰ ਜਦੋਂ ਵੀ ਇੱਕ ਤਰੀਕੇ ਦਾ ਇੱਕ ਕਿਸੇ ਔਰਤ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਜਾਂ ਪੇਸ਼ ਕੀਤਾ ਜਾਂਦਾ ਹੈ, ਉਹਦਾ ਇੱਕ ਕਰੈਕਟਰ ਵੀ ਇਸ ਤਰੀਕੇ ਨਾਲ ਦਿਖਾਇਆ ਜਾਂਦਾ ਹੈ ਕਿ ਹਾਂਜੀ ਇਹ ਹੀ ਆਪ ਮੰਗ ਕਰਦੀ ਹੈ ਕਿ ਸਾਨੂੰ ਦਹੇਜ ਮਿਲਣਾ ਚਾਹੀਦਾ, ਚਾਹੇ ਉਹ ਸੱਸ ਦਾ ਰੂਪ ਦਿਖਾਇਆ ਜਾਏ, ਚਾਹੇ ਮਾਂ ਦਾ ਰੂਪ ਦਿਖਾਇਆ ਜਾਏ ਜਾਂ ਕਿਸੇ ਹੋਰ ਦਾ ਰੂਪ ਦਿਖਾਇਆ ਜਾਵੇ। ਇਹ ਪ੍ਰਥਾ ਦੇ ਵਿੱਚ ਤੁਹਾਡੀ ਕੀ ਸਮਝਦੇ ਹੋ ਕਿ ਕਿਸ ਤਰੀਕੇ ਦੀ ਨੈਤਿਕ ਜ਼ਿੰਮੇਵਾਰੀ ਹੈ ਹਰ ਇੱਕ ਔਰਤ ਨੂੰ ਨਿਭਾਉਣੀ ਚਾਹੀਦੀ ਹੈ ਔਰ ਉਹਨੂੰ ਆਪਣੇ ਆਪ ਨੂੰ ਜਾਗਰੂਕ ਕਰਨਾ ਚਾਹੀਦਾ ਤਾਂ ਜੋ ਪੁਰਸ਼ ਪ੍ਰਧਾਨ ਸਮਾਜ ਦੀ ਵੀ ਅਸੀਂ ਗੱਲ ਕਰੀਏ ਤੇ ਉਹਨੂੰ ਬਦਲਣ ਦਾ ਇੱਕ ਮੌਕਾ ਜਾਂ ਇੱਕ ਬਦਲਣ ਦੇ ਸੁਝਾਅ ਉਹਨੂੰ ਦੇ ਸਕੀਏ? ਇਹਦੇ ਵਿੱਚ ਦੋਨਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਦੇਖੋ ਜੇ ਲੜਕੀ ਦਾ ਪਰਿਵਾਰ ਹੈ ਜਾਂ ਲੜਕੇ ਦਾ ਪਰਿਵਾਰ ਹੈ, ਦੋਨਾਂ ਦੀ ਹੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਜੇਕਰ ਦੋਨੇ ਪਰਿਵਾਰ ਚਾਹਣ, ਲੜਕੀ ਵਾਲੇ ਚਾਹਣ ਕਿ ਅਸੀਂ ਦਾਜ ਨਹੀਂ ਦੇਣਾ, ਲੜਕੇ ਵਾਲੇ ਚਾਹਣ ਅਸੀਂ ਦਾਜ ਨਹੀਂ ਲੈਣਾ, ਤਾਂ ਦਹੇਜ ਪ੍ਰਥਾ ਜਾਂ ਲੜਕਾ ਜਾਂ ਲੜਕੀ ਹੀ ਫੈਸਲਾ, ਦੋਨੋਂ ਹੀ ਫੈਸਲਾ ਕਰ ਲੈਣ ਤਾਂ ਉਹਦੇ ਵਿੱਚ ਪੇਰੈਂਟਸ ਦਾ ਕੋਈ ਰੋਲ ਹੀ ਨਹੀਂ ਰਹਿ ਜਾਂਦਾ। ਮੇਨ ਲੜਕੀ ਜੇਕਰ ਆਪਣੇ ਪੈਰਾਂ 'ਤੇ ਸਟੈਂਡ ਆ ਤਾਂ ਲੜਕੀ ਨਹੀਂ ਚਾਹੁੰਦੀ ਕਿ ਮੈਂ ਦਾਜ ਲੈਣਾ ਜੀ। ਜ਼ਿਆਦਾਤਰ ਲੜਕੀਆਂ ਵੱਲੋਂ ਦਾਜ ਦੀ ਮੰਗ ਨਹੀਂ ਕੀਤੀ ਜਾਂਦੀ, ਲੜਕਿਆਂ ਵੱਲੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ। ਔਰ ਜ਼ਿਆਦਾਤਰ ਮੈਂ ਸੋਚਦੀ ਹਾਂ ਕਿ ਜੇ ਲੜਕੇ ਆਪਣੇ ਪੈਰਾਂ 'ਤੇ ਖੜੇ ਹੋਣ, ਕਹਿੰਦੇ ਨੇ ਕਿ ਦੂਸਰੇ ਦੇ ਅੱਗੇ ਹੱਥ ਫੈਲਾਉਣ ਨਾਲੋਂ ਤਾਂ ਚੰਗਾ ਵੀ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋਣਾ ਸਿੱਖ ਲਓ ਤੇ ਤੁਹਾਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ। ਇਹ ਇੱਕ ਹੱਥ ਫੈਲਾਉਣ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਕਿਸੇ ਤੋਂ ਦਾਜ ਮੰਗਦੇ ਹਾਂ, ਕਿਸੇ ਤੋਂ ਪੈਸਾ ਉਹ ਦਾਜ ਦੇ ਰੂਪ ਵਿੱਚ ਲੈਣਾ ਹੈ ਤਾਂ ਇੱਕ ਤਰ੍ਹਾਂ ਨਾਲ ਆਪਾਂ ਕਿਸੇ ਤੋਂ ਡਿਮਾਂਡ ਹੀ ਕਰ ਰਹੇ ਹਾਂ ਵੀ ਸਾਨੂੰ ਦਿਓ। ਔਰ ਜੇਕਰ ਲੜਕਾ ਪੈਰਾਂ 'ਤੇ ਸਟੈਂਡ ਆਪਣੇ ਹੈ, ਫਿਰ ਉਹਨੂੰ ਤਾਂ ਲੋੜ ਹੀ ਨਹੀਂ, ਉਹ ਖੁਦ ਕਮਾ ਰਿਹਾ ਔਰ ਉਸਨੂੰ ਇਸ ਚੀਜ਼ ਦਾ ਪਤਾ ਵੀ ਹੈ ਵੀ ਕਿੰਨਾ ਔਖਾ ਹੈ ਕਮਾਉਣਾ ਔਰ ਕਮਾਇਆ ਹੋਇਆ ਪੈਸਾ ਅੱਗੇ ਦੇਣਾ। ਜੇਕਰ ਮਾਪੇ ਔਰ ਲੜਕੀ ਉਹਨਾਂ ਦੇ ਪੇਰੈਂਟਸ ਆਪਣੀ ਖੁਸ਼ੀ ਨਾਲ ਜੋ ਦਿੰਦੇ ਹੈ ਉਸ ਨੂੰ ਤਾਂ ਅਸੀਂ ਦਾਜ ਸਮਝਦੇ ਹਾਂ ਜੀ। ਪਰ ਜੋ ਡਿਮਾਂਡ ਹੁੰਦੀ ਹੈ ਲੜਕੇ ਵਾਲਿਆਂ ਵੱਲੋਂ ਪ੍ਰੈਸ਼ਰਾਈਜ਼ ਕਰਕੇ ਲੜਕੀ ਦੇ ਪੇਰੈਂਟਸ ਨੂੰ ਜੋ ਉਹਨਾਂ ਦੀ ਲੋੜ ਤੋਂ ਜਾਂ ਉਹਨਾਂ ਦੀ ਹੈਸੀਅਤ ਤੋਂ ਜ਼ਿਆਦਾ ਲਿਆ ਜਾਂਦਾ ਹੈ ਤਾਂ ਉਹ ਇੱਕ ਦਾਜ ਦਾ ਰੂਪ ਧਾਰ ਲੈਂਦਾ ਹੈ, ਜਿਹਦਾ ਕਾਰਨ ਕਿ ਉਹ ਅਸੀਂ ਇਹੀ ਸਮਝਦੇ ਹਾਂ ਕਿ ਨੈਤਿਕ ਜ਼ਿੰਮੇਵਾਰੀ ਕਮੀ। ਸਾਡੇ ਨਾਲ ਸਾਡੇ ਇੱਕ ਹੋਰ ਦਰਸ਼ਕ ਜੁੜ ਚੁੱਕੇ, ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਬਹੁਤ ਬਹੁਤ। ਤੁਸੀਂ ਆਪਣਾ ਸਵਾਲ ਸਾਡੇ ਮਾਹਿਰ ਮਹਿਮਾਨ ਦੇ ਕੋਲ ਪੁੱਛ ਸਕਦੇ ਹੋ। ਹੈਲੋ 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 ਹਾਂਜੀ
ਹੈਲੋ ਹਾਂਜੀ ਸਰ, ਆਪਣਾ ਸਵਾਲ ਪੁੱਛੋ ਜੀ। ਸਰ ਅਸੀਂ ਇੱਕ ਸੁਝਾਅ ਦੇਣਾ ਚਾਹੁੰਦੇ ਆ ਕਿ ਹਾਂਜੀ। ਜਦੋਂ ਅਸੀਂ ਇੱਕ ਸੜਕ ਤੇ ਜਾ ਰਹੇ ਆ, ਹਾਂਜੀ, ਪਿੱਛੋਂ ਐਂਬੂਲੈਂਸ ਆ ਰਹੀ ਆ, ਬਿਲਕੁਲ ਠੀਕ ਹੈ ਜੀ। ਉਹ ਹਾਰਨ ਮਾਰ ਰਹੀ ਆ, ਜੀ ਪਰ ਮੂਹਰੇ ਜਿਹੜੇ ਆ ਬੰਦੇ, ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਵੀ ਇਹ ਇੱਕ ਬੰਦਾ ਜਿਹੜਾ ਆ ਪਤਾ ਨਹੀਂ ਕਿੰਨਾ ਸੀਰੀਅਸ ਹੈਗਾ ਆ। ਬਿਲਕੁਲ ਬਿਲਕੁਲ ਠੀਕ ਹੈ ਜੀ। ਤੇ ਉਹਨੂੰ ਅਸੀਂ ਬਚਾਣ ਕਰਕੇ ਇੱਕ ਸਾਈਡ ਤੇ ਹੋ ਜਾਈਏ, ਜੀ ਬਹੁਤ ਅੱਛਾ। ਪਰ ਇੱਕ ਬੰਦਾ ਹੈ ਕੁਝ ਪਾਰਕਿੰਗ ਜਿਹੜੀ ਕਰਦਾ ਗੱਡੀ ਦੀ, ਉਹ ਸਾਈਡ ਪਾਰਕਿੰਗ 'ਚ ਨਹੀਂ ਲਾਉਂਦਾ, ਹਾਂਜੀ ਉਹ ਇੱਕ ਉੱਥੇ ਹੀ ਰਸਤੇ 'ਤੇ ਖੜਾ ਆ। ਉਹਦੇ ਕਰਕੇ ਵੀ ਜਿਹੜੀ ਆ ਉਹ ਐਂਬੂਲੈਂਸ ਨੂੰ ਬਹੁਤ ਦਿੱਕਤ ਹੁੰਦੀ ਆ। ਜੀ ਬਹੁਤ ਜਦੋਂ ਉਹ ਸਾਡੇ ਨਾਲ ਕਿਤੇ ਵਾਪਰੀ ਨਾ ਗੱਲ, ਜੀ ਜੀ ਤਾਂ ਹੀ ਯਾਦ ਆਉਂਦਾ, ਨਹੀਂ ਤਾਂ ਨਹੀਂ ਤਾਂ ਨਹੀਂ ਯਾਦ ਆਉਂਦਾ ਜੀ। ਕੁਝ ਨਹੀਂ ਹੈਗਾ ਐਂਬੂਲੈਂਸ। ਡਾਕਟਰ ਮੋਦੀ ਜੀ, ਮੈਂ ਇਹਦਾ ਜਵਾਬ ਚਾਹਾਂਗਾ ਤੁਸੀਂ ਦਿਓ, ਕਿਉਂਕਿ ਇਹਨਾਂ ਨੇ ਸਵਾਲ ਪੁੱਛਿਆ, ਬਹੁਤ ਵਧੀਆ ਸੁਝਾਅ ਦਿੱਤਾ ਹੈ ਕਿ ਜਦੋਂ ਅਸੀਂ ਸੜਕਾਂ ਤੇ ਜਾ ਰਹੇ ਹੁੰਦੇ ਆ, ਐਂਬੂਲੈਂਸ ਵੀ ਆਂਦੀ ਹੈ, ਚਾਹੇ ਉਹ ਪੁਲਿਸ ਦੀ ਗੱਡੀ ਹੋਵੇ, ਚਾਹੇ ਐਂਬੂਲੈਂਸ ਦੀ ਹੋਵੇ, ਚਾਹੇ ਉਹ ਫਾਇਰ ਬ੍ਰਿਗੇਡ ਦੀ ਗੱਡੀ ਹੋਵੇ, ਅਸੀਂ ਚੁੱਪ ਕਰਕੇ ਆਪਣੀ ਗੱਡੀ ਚਲਾਈ ਰੱਖਦੇ ਹਾਂ। ਸਾਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਇਹਦੇ ਵਿੱਚ ਕੀ ਹੋ ਰਿਹਾ ਔਰ ਕਿਸ ਤਰੀਕੇ ਨਾਲ ਅਗਲੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ। ਲੇਕਿਨ ਅਸੀਂ ਡਿਵੈਲਪਡ ਕੰਟਰੀ ਦੀ ਜਦੋਂ ਗੱਲ ਕਰੀਏ, ਉਹਨਾਂ ਨੇ ਪਹਿਲਾਂ ਹੀ ਦੱਸਿਆ ਹੁੰਦਾ ਹੈ ਕਿ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆਏ, ਕੋਈ ਐਂਬੂਲੈਂਸ ਦੀ ਆਵੇ ਜਾਂ ਫਿਰ ਪੁਲਿਸ ਦੀ ਵਹੀਕਲ ਆਵੇ, ਤੁਸੀਂ ਆਪਣੇ ਆਪ ਆਪਣੇ ਹੱਥ ਦੇ ਉੱਤੇ ਸਾਰੀ ਲਾਈਨ ਖਾਲੀ ਕਰ ਦੇਣੀ ਹੈ ਔਰ ਉਹਨੂੰ ਜਾਣ ਦਾ ਮੌਕਾ ਦੇਣਾ, ਚਾਹੇ ਰੈੱਡ ਲਾਈਟ ਵੀ ਹੋਵੇ ਤਾਂ ਵੀ ਉਹ ਜਾ ਸਕਦੇ ਨੇ। ਲੇਕਿਨ ਸਾਡੇ ਹਾਲੇ ਵੀ ਇਸ ਸਮਾਜ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਸੰਵੇਦਨਸ਼ੀਲਤਾ ਹਾਲੇ ਵੀ ਨਹੀਂ ਆ ਪਾਈ। ਨਹੀਂ, ਉਹਦਾ ਕਾਰਨ ਹੈ ਕਿ ਅਸੀਂ ਸਾਡੇ ਸਮਾਜ ਵਿੱਚ ਬੜੀ ਅਨਫੋਰਚੂਨੇਟ ਗੱਲ ਹੈ, ਸਾਰਿਆਂ ਤੇ ਲਾਗੂ ਹੁੰਦੀ ਹੈ, ਮੇਰੇ ਤੇ ਵੀ ਉਨੀ ਹੀ ਲਾਗੂ ਹੁੰਦੀ ਹੈ, ਕਿ ਅਸੀਂ ਆਪਣੇ ਹੱਕਾਂ ਪ੍ਰਤੀ ਤਾਂ ਬਹੁਤ ਜਾਗਰੂਕ ਹਾਂ। ਜੀ ਸਾਡੇ ਫੰਡਾਮੈਂਟਲ ਰਾਈਟ ਨੇ, ਪ੍ਰਾਪਰਟੀ ਹੈ, ਫਰੀडम ਆਫ ਸਪੀਚ ਹੈ, ਸਾਰੇ ਸਾਨੂੰ ਯਾਦ ਨੇ। ਲੇਕਿਨ ਸਾਡੀ ਕਨਸਟੀਟਿਊਸ਼ਨ ਫੰਡਾਮੈਂਟਲ ਡਿਊਟੀਜ਼ ਦੀ ਵੀ ਗੱਲ ਕਰਦੀ ਹੈ ਜੀ ਕਿ ਅਸੀਂ ਆਪਣੀ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨਾ ਹੈ, ਜੀ ਸਮਾਜ ਦੇ ਕਲਚਰ ਨੂੰ ਪ੍ਰੀਜ਼ਰਵ ਕਰਨਾ ਹੈ, ਜੀ ਆਪਣੇ এনवायरमेंट ਨੂੰ ਬਚਾਉਣਾ ਹੈ, ਰੂਲਸ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਹੈ, ਕਲਚਰਲ ਡਾਇਵਰਸਿਟੀ ਨੂੰ ਐਕਸੈਪਟ ਕਰਨਾ ਹੈ। ਅਸੀਂ ਉਹ ਡਿਊਟੀਜ਼ ਦੇ ਪ੍ਰਤੀ ਬਿਲਕੁਲ ਜਾਗਰੂਕਤਾ ਕੋਈ ਪੈਦਾ ਨਹੀਂ ਕਰ ਰਿਹਾ। ਮਾਂ-ਬਾਪ ਵੀ ਕਦੇ ਅਹਿਸਾਸ ਨਹੀਂ ਦਿਲਾਉਂਦੇ ਕਿ ਇਹ ਸਾਡੀ ਜ਼ਿੰਮੇਵਾਰੀ ਹੈ। ਔਰ ਇੱਕ ਜਿਹੜੀ ਆਤਮ ਚਿੰਤਨ ਦਾ ਇੱਕ ਬਹੁਤ ਜ਼ਰੂਰਤ ਹੈ, ਉਹ ਵੀ ਬਹੁਤ ਘਟ ਰਿਹਾ ਹੈ। ਸਾਡੀ ਹਉਮੈ, ਸਾਡਾ ਹੰਕਾਰ ਔਰ ਜਿਹੜਾ ਸਾਡਾ ਨਾ ਇੱਕ ਸੈਲਫ ਸੈਂਟਰਡ ਸਮਾਜ ਹੁੰਦਾ ਜਾ ਰਿਹਾ। ਅਸੀਂ ਇੱਕ ਜਿਹੜਾ ਪਹਿਲਾਂ ਸਮਾਜ ਦੀ ਧਾਰਨਾ ਇਹ ਸੀ ਕਿ ਹਰ ਇਨਸਾਨ ਸਮਾਜ ਲਈ ਹੈ। ਬਿਲਕੁਲ। ਹੁਣ ਇਨਸਾਨ ਇਹ ਸੋਚਦਾ ਕਿ ਸਾਰਾ ਸਮਾਜ ਮੇਰੇ ਲਈ ਹੈ, ਵੀ ਸਿਰਫ ਮੈਂ ਤੇ ਆ ਕੇ ਸੀਮਿਤ ਹੋ ਗਿਆ ਸਮਾਜ, ਮੇਰਾ ਸੁੱਖ, ਮੇਰਾ ਪਰਿਵਾਰ। ਔਰ ਪਰਿਵਾਰ ਦੇ ਵਿੱਚ ਵੀ ਅੱਗੇ ਤਾਂ ਮਾਂ-ਬਾਪ ਨੂੰ ਵੀ ਗਿਣਦੇ ਸੀ, ਅੱਜ ਕੱਲ੍ਹ ਤਾਂ ਮਾਂ-ਬਾਪ ਵੀ ਥੋੜਾ ਕਿਨਾਰੇ ਤੇ ਹੋ ਗਏ ਨੇ, ਭੈਣ ਭਾਈ ਤਾਂ ਦੂਰ ਛੱਡ ਦਿਓ। ਅੱਜ ਕੱਲ੍ਹ ਬੰਦਾ ਕਹਿੰਦਾ ਮੈਂ, ਮੇਰੀ ਪਤਨੀ ਤੇ ਸ਼ਾਇਦ ਮੇਰੇ ਬੱਚੇ, ਬਸ ਇਹੀ ਪਰਿਵਾਰ ਹੈ। ਸੋ ਜਿਹੜੀ ਸੈਲਫ ਸੈਂਟਰਡਨੈਸ ਹੈ ਸਮਾਜ ਦੀ, ਇਹ ਸਾਰਾ ਇਸ ਕਰਕੇ ਸਾਰੀ ਸਾਨੂੰ ਦਿੱਕਤ ਨਜ਼ਰ ਆਉਂਦੀ ਹੈ। ਮੁਸ਼ਕਿਲਾਂ ਆ ਰਹੀਆਂ ਨੇ ਕਿਉਂਕਿ ਅਸੀਂ ਸਵਾਰਥੀ ਹੁੰਦੇ ਜਾ ਰਹੇ ਹਾਂ ਔਰ ਆਪਣੇ ਗੁਰੂਆਂ ਦਾ ਜਿਹੜਾ ਕਿਹਾ ਹੋਇਆ ਸੀ ਕਿ ਸਰਬੱਤ ਦਾ ਭਲਾ, ਉਹ ਅਸੀਂ ਸ਼ਾਇਦ ਭੁੱਲਦੇ ਜਾ ਰਹੇ ਹਾਂ। ਦੀਵਾਨ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਚਾਹਾਂਗਾ ਕਿ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸਵੱਛਤਾ ਅਭਿਆਨ ਸ਼ੁਰੂ ਕੀਤਾ, ਸਫਾਈ ਅਭਿਆਨ ਕੀਤਾ, ਉਹਨਾਂ ਨੇ ਇਹ ਜ਼ਰੂਰਤ ਸਮਝੀ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਗੰਦਗੀ ਹੈ ਉਹਨੂੰ ਦੂਰ ਕੀਤਾ ਜਾਵੇ, ਤਾਂ ਜੋ ਇੱਕ ਹਿੰਦੁਸਤਾਨ, ਇੱਕ ਇੰਡੀਆ ਜਿਹੜਾ ਸਾਡਾ ਹੈਗਾ, ਇੱਕ ਬਹੁਤ ਬ੍ਰਾਂਡ ਬਣ ਸਕੇ ਦੂਸਰੇ ਦੇਸ਼ਾਂ ਵਾਸਤੇ, ਕਿ ਜਿਹੜੇ ਦੂਸਰੇ ਦੇਸ਼ ਦੇ ਲੋਕੀ ਸਾਡੇ ਕੋਲ ਆਉਂਦੇ ਨੇ ਔਰ ਜਦੋਂ ਆ ਕੇ ਟੂਰਿਜ਼ਮ ਕਰਦੇ ਨੇ ਔਰ ਆ ਕੇ ਕਹਿੰਦੇ ਨੇ ਕਿ ਇੱਥੇ ਗੰਦਗੀ ਬੜੀ ਹੈ, ਤੇ ਸਾਡੇ ਉੱਤੇ ਥੋੜਾ ਜਿਹਾ ਤਾਨਾ ਜਿਹਾ ਲੱਗਦਾ ਹੈ। ਤੇ ਅਸੀਂ ਹਾਲੇ ਵੀ ਦੇਖਦੇ ਹਾਂ ਸਵੱਛਤਾ ਅਭਿਆਨ ਦੇ ਨਾਲ ਬਹੁਤ ਸਾਰੇ ਲੋਕੀ ਜੁੜੇ ਨੇ, ਉਹਦਾ ਬਹੁਤ ਜ਼ਿਆਦਾ ਫਾਇਦਾ ਵੀ ਹੋ ਰਿਹਾ ਹੈ। ਲੇਕਿਨ ਹਾਲੇ ਵੀ ਅਸੀਂ ਕਈ ਦੇਖਦੇ ਹਾਂ ਕਿ ਮੱਧਮ ਵਰਗ ਦੇ ਲੋਕ ਵੀ ਕਰਦੇ ਨੇ, ਨਿਮਨ ਵਰਗ ਦੇ ਲੋਕ ਵੀ ਕਰਦੇ ਨੇ, ਲੇਕਿਨ ਜਿਹੜੇ ਉੱਚ ਸਤਰ ਦੇ ਲੋਕ ਹਾਲੇ ਵੀ ਇਸ ਦੇ ਵਿੱਚ ਹਿੱਸਾ ਨਹੀਂ ਲੈ ਪਾ ਰਹੇ। ਕਿਉਂਕਿ ਜਦੋਂ ਅਸੀਂ ਸੜਕਾਂ ਦੇ ਉੱਤੇ ਜਾਂਦੇ ਹਾਂ, ਕਾਰਾਂ ਦੇ ਵਿੱਚੋਂ ਵੱਡੀਆਂ ਵੱਡੀਆਂ ਗੱਡੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਕੋਈ ਖਾ ਪੀ ਕੇ ਤੇ ਲਿਫਾਫਾ ਵੀ ਬਾਹਰ ਸੁੱਟ ਦਿੰਦੇ ਨੇ, ਤੇ ਜਿਹੜੇ ਛਿਲਕੇ ਹੁੰਦੇ ਨੇ ਫਰੂਟਾਂ ਦੇ ਉਹ ਵੀ ਬਾਹਰ ਸੁੱਟ ਦਿੰਦੇ ਨੇ। ਕਿਉਂਕਿ ਇਹ ਪਰਸੋਂ ਚੌਥ ਵੀ ਮੇਰੇ ਨਾਲ ਵੀ ਵਾਪਰਿਆ, ਜਦੋਂ ਅਸੀਂ ਬਾਹਰ ਕਿਤੇ ਹਾਈਵੇ ਤੇ ਜਾ ਰਹੇ ਸੀ ਤੇ ਬਹੁਤ ਵੱਡੀ ਗੱਡੀ ਸੀਗੀ, ਉਹਨਾਂ ਦੇ ਵਿੱਚੋਂ ਹੀ ਉਹਨਾਂ ਨੇ ਲਿਫਾਫੇ ਲੁਫੇ ਸੁੱਟ ਦਿੱਤੇ ਤੇ ਕਾਰ ਦੇ ਪਿੱਛੇ ਆ ਕੇ ਲੱਗੇ ਤੇ ਮਸਾਂ ਹੀ ਅਸੀਂ ਬਚੇ। ਇਸ ਕਰਕੇ ਦੁਰਘਟਨਾ ਵੀ ਹੁੰਦੀਆਂ ਨੇ। ਤੇ ਤੁਹਾਡਾ ਇਸ ਸਵੱਛਤਾ ਅਭਿਆਨ ਬਾਰੇ ਔਰ ਸਫਾਈ ਬਾਰੇ ਹੋਰ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਤੁਸੀਂ ਕਿਹੜੇ ਸੁਝਾਅ ਦੇਣਾ ਚਾਹੋਗੇ? ਮੈਂ ਤਾਂ ਇਸ ਵਿਸ਼ੇ ਦੇ ਇੱਕੋ ਹੀ ਗੱਲ ਕਹਾਂਗਾ, ਕਿਉਂਕਿ ਅਨੁਸ਼ਾਸਨ ਦੇ ਵਿਸ਼ੇ, ਕਿਉਂਕਿ ਇਹ ਵਿਸ਼ੇ ਵੀ ਅਨੁਸ਼ਾਸਨ ਦਾ ਹੀ ਹੈ। ਲੇਕਿਨ ਗੱਲ ਇਹ ਹੈ ਕਿ ਇਸ ਵਿਸ਼ੇ ਤੇ ਸਾਡੇ ਜਿੰਨੇ ਵੀ ਲੋਕ ਬੈਠੇ ਆ ਔਰ ਸਮਾਜ ਦੇ ਵਿੱਚ ਵਿਚਰਦੇ ਆ, ਸਾਨੂੰ ਸਾਰਿਆਂ ਨੂੰ ਦੂਸਰੇ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ। ਸਾਡਾ ਆਪਣਾ ਨਜ਼ਰੀਆ ਤਾਂ ਹੈ ਜੀ, ਔਰ ਅਸੀਂ ਜੇ ਦੂਸਰੇ ਦੇ ਨਜ਼ਰੀਏ ਨਾਲ ਦੇਖਾਂਗੇ ਤਾਂ ਸਾਡਾ ਪਰਿਵਾਰ ਵੀ ਚੱਲੇਗਾ, ਸਾਡਾ ਸਮਾਜ ਵੀ ਚੱਲੇਗਾ ਜੀ। ਜੇ ਸਾਡਾ ਦੂਸਰੇ ਨੂੰ ਘੋਖਣ ਦਾ, ਅੱਜ ਕੱਲ੍ਹ ਇੱਕ ਟੀਵੀ ਦੇ ਸੀਰੀਅਲ ਆ ਰਿਹਾ ਜੋਧਾ ਅਕਬਰ, ਹਾਂਜੀ, ਉਹਦੇ ਵਿੱਚ ਜੋਧਾ ਰਾਜੇ ਨੂੰ ਕਹਿੰਦੀ ਹੈ ਕਿ ਬਈ ਤੂੰ ਤਦ ਇੱਕ ਸਹੀ ਰਾਜਾ ਹੋਏਗਾ ਜੇ ਜਨਤਾ ਦੇ ਮਨ ਵਿੱਚ ਝਾਂਕਣ ਦੀ ਕੋਸ਼ਿਸ਼ ਕਰਾਂਗੇ।
ਕੋਸ਼ਿਸ਼ ਕਰੇਗਾ ਤੇ ਸਾਨੂੰ ਮਤਲਬ ਕਿ ਇੱਕ ਦੂਜੇ ਦੇ ਮਨਾਂ ਦੇ ਵਿੱਚ ਝਾਂਕਣ ਦੀ ਲੋੜ ਹੈ ਜੀ ਕਿ ਮੇਰੇ ਕਰਕੇ ਕਿਸੇ ਕਿਸੇ ਦੂਸਰੇ ਨੂੰ ਔਖਿਆਈ ਨਾ ਹੋਵੇ। ਗੱਲ ਉਹਨਾਂ ਦੇ ਨਾਲ ਵੀ ਰਿਲੇਟਡ ਹੈ ਕਿ ਜਿਹੜੇ ਉਹ ਕਹਿੰਦੇ ਸੀ ਜੀ ਬੜੀ ਉੱਚੀ ਉੱਚੀ ਡੀਜੇ ਵਜਾਉਂਦੇ ਆ, ਤੇ ਜੇ ਸਾਡੇ 'ਚ ਇਹ ਇੱਕ ਭਾਵਨਾ ਹੋਏਗੀ ਕਿ ਮੇਰੇ ਕਰਕੇ ਕਿਸੇ ਦੂਸਰੇ ਨੂੰ ਔਖਿਆਈ ਨਾ ਹੋਵੇ ਤੇ ਉਹ ਡੀਜੇ ਵੀ ਨਹੀਂ ਉੱਚੀ ਚਲਾਊਗਾ। ਅਸੀਂ ਦੇਖਦੇ ਹਾਂ ਜੀ ਸੜਕ ਹਾਦਸੇ ਜਿਹੜੇ ਹੁੰਦੇ ਨੇ ਮੈਕਸਿਮਮ ਐਸੇ ਕਾਰਨਾਂ ਕਰਕੇ ਹੁੰਦੇ, ਕਈਆਂ ਨੇ ਗਲਤ ਪਾਰਕਿੰਗ ਕੀਤੀ ਹੁੰਦੀ ਹੈ ਜਾਂ ਫਿਰ ਕਿਸੇ ਕਿਸਮ ਦਾ ਕੋਈ ਛਿਲਕਾ ਜਾਂ ਕੋਈ ਐਸਾ ਪੈਕਟ ਜਿਹਾ ਸੁੱਟ ਦਿੰਦੇ ਨੇ। ਉਹ ਡਰਾਈਵਰ ਸਕੂਟਰ ਤੇ ਡਰਾਈਵ ਕਰਦਾ ਹੁੰਦਾ ਹੈ ਤੇ ਉਹਦੇ ਮੂੰਹ ਤੇ ਆ ਕੇ ਵੱਜਦਾ ਤੇ ਉਹਨੂੰ ਨਜ਼ਰ ਨਹੀਂ ਆਉਂਦਾ ਤੇ ਉਹਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ। ਸਾਡੇ ਨਾਲ ਸਾਡੇ ਇੱਕ ਹੋਰ ਦਰਸ਼ਕ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹਾਂਗਾ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਹੈਲੋ ਹੈਲੋ, ਹਾਂਜੀ, ਮੈਂ ਸਤਨਾਮ ਸਿੰਘ ਮਲਕਪੁਰ, ਜ਼ਿਲ੍ਹਾ ਕੈਂਥਲ, ਹਰਿਆਣਾ ਤੋਂ ਬੋਲਦਾ ਜੀ। ਜੀ ਜੀ ਸਰ ਜੀ, ਬਹੁਤ ਮਹਿਮਾਨ ਸੱਜਣ ਇੱਥੇ ਉੱਚ ਅਧਿਕਾਰੀ ਬੈਠੇ ਨੇ ਜੀ। ਤੇ ਮੇਰਾ ਜੀ ਇਹ ਸਵਾਲ ਹੈ ਕਿ ਜਿਵੇਂ ਵੇਖੋ ਅੱਜ ਕੱਲ ਦਫ਼ਤਰਾਂ ਦੇ ਵਿੱਚ, ਸਰਕਾਰੀ ਅਦਾਰਿਆਂ ਦੇ ਵਿੱਚ ਜ਼ਿਆਦਾ ਕਰਕੇ ਉੱਥੇ ਜਿਹੜੇ ਜਦੋਂ ਆਪਾਂ ਪੜ੍ਹ ਲਿਖ ਜਾਂਦੇ ਆ, ਨੌਕਰੀ ਮਿਲ ਜਾਂਦੀ ਹੈ, ਚਲੋ ਆਪਾਂ ਕੰਮ ਕਾਰ ਕਰਨੇ ਆ, ਕੁਝ ਥੋੜਾ ਜਿਹਾ ਧਿਆਨ ਨਾਲ ਕਰਨੇ ਆ, ਜਦੋਂ ਥੋੜਾ ਆਪਣਾ ਉਹਦਾ ਵੱਧ ਜਾਂਦਾ ਹੈ ਤੇ ਫਿਰ ਉੱਥੇ ਆਪਾਂ ਨੂੰ ਵੇਖੋ 6 ਦਿਨ ਆਪਣਾ ਸੋਮਵਾਰ ਤੋਂ ਲੱਗ ਕੇ ਤੇ ਸ਼ਨੀਵਾਰ ਤੱਕ ਆਪਣੀ ਉੱਥੇ ਡਿਊਟੀ ਦੇਣ ਦਾ ਫਰਜ਼ ਹੱਕ ਬਣਦਾ ਹੈ ਜੀ। ਬਿਲਕੁਲ ਜੀ ਬਿਲਕੁਲ। ਤੇ ਉੱਥੇ ਕਈ ਵਾਰ ਵੇਖਿਆ ਕਿ ਉੱਥੇ ਜਿਹੜੇ ਛੋਟੇ ਮਤਲਬ ਕਲਰਕ ਹੁੰਦੇ ਨੇ ਉਹ ਤੇ ਉੱਥੇ ਬੈਠੇ ਹੁੰਦੇ ਨੇ ਤੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਨੇ ਜੀ ਇਹ ਮਤਲਬ ਸੋਮਵਾਰ ਤੇ ਮੰਗਲਵਾਰ ਤੇ ਬੁੱਧਵਾਰ ਵੀ 3 ਦਿਨ ਹੀ ਆਉਂਦੇ ਨੇ ਤੇ ਉਸ ਤੋਂ ਬਾਅਦ ਨਹੀਂ ਆਉਂਦੇ। ਤੇ ਫਿਰ ਜਿਹੜੇ ਦੂਰ ਨੇੜੇ ਤੋਂ ਆਪਣੇ ਆਏ ਹੁੰਦੇ ਨੇ, ਪਬਲਿਕ ਆਈ ਹੁੰਦੀ ਹੈ ਕੰਮ ਕਰਾਉਣ ਵਾਸਤੇ, ਉਹਨਾਂ ਨੂੰ ਤੇ ਪਤਾ ਨਹੀਂ ਹੁੰਦਾ ਇਹ ਗੱਲ ਦਾ। ਉਹ ਤੇ ਅਗਲੇ ਉਹ ਤੇ ਸੋਚਦੇ ਨੇ ਚਲੋ ਕਿ ਅੱਜ ਮਤਲਬ ਸ਼ੁੱਕਰਵਾਰ ਜਾਂ ਸ਼ਨੀਵਾਰ ਵੀ, ਐਤਵਾਰ ਤਾਂ ਹੈ ਨਹੀਂ ਜੀ। ਜੀ ਜੀ। ਤੇ ਫਿਰ ਉੱਥੇ ਉਹਨਾਂ ਨੂੰ ਅਧਿਕਾਰੀ ਮਿਲਦਾ ਨਹੀਂ, ਫਿਰ ਉਹ ਬੜੇ ਪਰੇਸ਼ਾਨ ਹੁੰਦੇ ਨੇ ਕਿ ਇਸ ਤਰ੍ਹਾਂ ਕਿਉਂ ਹੁੰਦਾ ਜੀ ਉਹਨਾਂ ਦਫ਼ਤਰਾਂ ਦੇ ਵਿੱਚ। ਇਹ ਨਹੀਂ ਹੋਣਾ। ਮੈਂ ਅਸ਼ੋਕ ਕੁਮਾਰ ਜੀ ਕੋਲੋਂ ਏਡੀ ਸਾਹਿਬ ਕੋਲੋਂ ਪੁੱਛਣਾ ਚਾਹਾਂਗਾ ਕਿ ਉਹਨਾਂ ਦਾ ਸਵਾਲ ਸੀਗਾ, ਤੁਸੀਂ ਸੁਣਿਆ ਹੋਣਾ ਉਹਨਾਂ ਦਾ, ਕਿ ਜਿਹੜੇ ਦਰਸ਼ਕ ਸੀਗੇ ਉਹ ਕਹਿ ਰਹੇ ਸੀਗੇ ਕਿ ਜਦੋਂ ਅਸੀਂ ਕਿਸੇ ਮਹਿਕਮੇ ਜਾਂਦੇ ਹਾਂ, ਡਿਪਾਰਟਮੈਂਟ 'ਚ ਜਾਂਦੇ ਹਾਂ ਤੇ ਕਲਰਕ ਜਿਹੜਾ ਹੈ ਉਹ ਸ਼ਾਮ ਤੱਕ ਬੈਠਾ ਰਹਿੰਦਾ ਹੈ ਜਾਂ ਛੁੱਟੀ ਵਾਲੇ ਦਿਨ ਵੀ ਕਈ ਵਾਰੀ ਹੁੰਦਾ। ਜਿਹੜੇ ਅਧਿਕਾਰੀ ਲੋਕ ਹੁੰਦੇ ਨੇ ਉਹ ਆਮ ਤੌਰ ਤੇ ਨਜ਼ਰ ਨਹੀਂ ਆਉਂਦੇ ਔਰ ਆਉਂਦੇ ਵੀ 1-2 ਦਿਨ ਆਉਂਦੇ ਨੇ, ਮੁੜ ਕੇ 4 ਦਿਨ ਕਹਿੰਦੇ ਸਾਹਿਬ ਮਿਲਣਗੇ ਨਹੀਂ ਜੀ, ਸਾਹਿਬ ਛੁੱਟੀ पे गए हैं जी, साहब वहाँ गए हैं। ਤੇ ਇਹਦਾ ਕੀ ਤੁਹਾਡਾ ਵੱਲੋਂ ਸੁਝਾव ਨੇ ਔਰ ਕਿਸ ਤਰੀਕੇ ਨਾਲ ਦੂਰ ਕੀਤਾ ਜਾ ਸਕਦਾ? मेरी सोच ये है कि ये तो एक दूसरे के ऊपर ब्लेम गेम चलते रहते हैं जी। अगर कमी है तो पूरे समाज में ही है कहीं ना कहीं जी। कर्तव्य के प्रति जो निष्ठा होनी चाहिए वो समाज में ही कमी है, तभी वो परिलक्षित होती है जी। चाहे समाज से ही अधिकारी आ रहे हैं, समाज से ही क्लर्क आ रहे हैं, समाज से ही हमारा कांस्टेबल आ रहा है, समाज से ही IPS आ रहे हैं जी। तो वो तो जो समाज की इथोस जब सुधरेगी, जब बेटर होगी तो सभी पे लागू होगा वो। ये जरूर है कि बड़ी जिम्मेदारी अधिकारी की है क्योंकि वो लीड करता है। जैसे आपने भी बोला कि अधिकारी टाइम से आएगा तो सब लोग टाइम से आएंगे, तो क्योंकि वो एक रोल मॉडल बनता है, वो एग्जाम्पल सेट करता है जी। तो अदरवाइज जिम्मेदारी सभी की है, सभी की। सारे करप्शन को लीजिए आप, करप्शन का मुद्दा था आपने बीच में छोड़ दिया जी। करप्शन भी कोई हम सोचें कि खाली पुलिस वाले करप्शन कर रहे हैं, बिजली विभाग वाले करप्शन कर रहे हैं, इनकम टैक्स वाले करप्शन कर रहे हैं, ऐसा नहीं है। वो कर रहे हैं तो हम करा भी तो रहे हैं, बिल्कुल कराने वाले भी तो हमारे समाज के लोग हैं। ਜਦੋਂ ਅਸੀਂ ਸਵਾਰਥ ਵਿੱਚ ਆ ਜਾਂਦੇ ਕਰਪਸ਼ਨ ਉਦੋਂ ਸ਼ੁਰੂ ਹੋ ਜਾਂਦਾ ਜੀ। ਜਦੋਂ ਅਸੀਂ ਕਿਸੇ ਨੂੰ ਸਵਾਰਥੀ ਭਾਵਨਾ ਨਾਲ ਕਰੀਦਾ ਉਦੋਂ ਕਰਪਸ਼ਨ ਉਦੋਂ ਸ਼ੁਰੂ ਹੋ ਜਾਂਦਾ। ਜੇ ਕਿਸੇ ਨੂੰ ਭੇਦਭਾਵ ਦੀ ਨਜ਼ਰ ਨਾਲ ਦੇਖਿਆ ਜਾਂਦਾ, ਕਿਸੇ ਨੂੰ ਆਪਣੀ ਪਾਰਸ਼ੈਲਿਟੀ ਕੀਤੀ ਜਾਂਦੀ ਹੈ, ਮਹੱਤਵ ਜ਼ਿਆਦਾ ਦਿੱਤਾ ਜਾਂਦਾ, ਉਹ ਆਪਣੇ ਆਪ 'ਚ ਇੱਕ ਕਰਪਸ਼ਨ ਸ਼ੁਰੂ ਹੋ ਜਾਂਦੀ ਹੈ। ਸਾਈ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ, ਅਸੀਂ ਗੱਲਬਾਤ ਕਰ ਰਹੇ ਸੀਗੇ ਅੱਜ ਤੱਕ ਆਪਣੇ ਟ੍ਰੈਫਿਕ ਦੀ ਜਾਂ ਲੋਕਾਂ ਦੀ ਵੀ, ਲੇਕਿਨ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਸਾਡੀ ਪਰਿਆਵਰਨ ਦੇ ਨਾਲ ਵੀ ਜੁੜੀ ਹੋਈ ਹੈ। ਔਰ ਪਰਿਆਵਰਨ ਜਿਹੜਾ ਕਿ ਸਾਨੂੰ ਸਾਂਸ ਦਿੰਦਾ ਹੈ, ਸਾਡੀ ਹਵਾ ਵਾਸਤੇ ਕਰਦਾ, ਸਾਡੀ ਜੀਵਨ ਵਾਸਤੇ ਉਪਯੋਗੀ ਚੀਜ਼ਾਂ ਸਾਨੂੰ ਦਿੰਦਾ ਹੈ। ਔਰ ਲੇਕਿਨ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਪਰਿਆਵਰਨ ਵੱਲ ਸਾਡਾ ਜਿਹੜਾ ਧਿਆਨ ਹੈ ਬਿਲਕੁਲ ਹਟਦਾ ਜਾ ਰਿਹਾ ਹੈ ਔਰ ਅਸੀਂ ਸਵਾਰਥ ਹਿੱਤ ਦੇ ਵਿੱਚ ਆਪਣੇ ਜੰਗਲਾਂ ਨੂੰ ਕੱਟਦੇ ਜਾ ਰਹੇ ਹਾਂ, ਪੇੜ ਪੌਦਿਆਂ ਨੂੰ ਕੱਟਦੇ ਜਾ ਰਹੇ ਹਾਂ। ਜਿੰਨੇ ਪੇੜ ਕੱਟਦੇ ਹਾਂ ਉਸ ਤੋਂ ਬਹੁਤ ਹੀ ਜ਼ਿਆਦਾ ਘੱਟ ਲਗਾਉਂਦੇ ਵੀ ਹਾਂ ਤੇ ਸਿਰਫ ਫੋਟੋ ਖਿਚਾ ਕੇ ਰੱਖ ਦਿੱਤੀ, ਉਹਦੀ ਪਾਲਣ ਪੋਸ਼ਣ ਬ੍ਰਿਕਸ਼ ਦੀ ਨਹੀਂ ਕਰੀਦੀ। ਤੇ ਤੁਸੀਂ ਕਿਸ ਤਰੀਕੇ ਨਾਲ ਸੁਝਾਅ ਦੇਣਾ ਚਾਹੋਗੇ ਕਿ ਕਿਸ ਤਰੀਕੇ ਨਾਲ, ਜਿਸ ਤਰ੍ਹਾਂ ਪੋਲਿਊਸ਼ਨ ਵੀ ਵੱਧਦਾ ਜਾ ਰਿਹਾ ਹੈ ਔਰ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਆਉਣ ਵਾਲੀ ਜਿਹੜੀ ਪੀੜ੍ਹੀਆਂ ਹੈ ਉਹਨਾਂ ਨੂੰ ਅਸੀਂ ਜਿਸ ਤਰੀਕੇ ਨਾਲ ਇਸ ਧਰਤੀ ਦੇ ਉੱਤੇ ਜੀ ਰਹੇ ਹਾਂ ਉਸੇ ਤਰੀਕੇ ਦੀ ਧਰਤੀ ਅਸੀਂ ਉਹਨਾਂ ਨੂੰ ਵੀ ਦੇ ਕੇ ਜਾਈਏ, ਨਾ ਜੋ ਅਸੀਂ ਆਪਣੇ ਆਪ ਦੀ ਵਰਤੋਂ ਕਰਨ ਤੋਂ ਬਾਅਦ ਇੱਕ ਛੱਡੀ ਹੋਈ ਧਰਤੀ, ਇੱਕ ਅਵਿਕਸਿਤ ਧਰਤੀ ਜਿੱਥੇ ਕੁਝ ਵੀ ਨਹੀਂ ਹੈਗਾ, ਅਸੀਂ ਆਪਣੀ ਪੀੜ੍ਹੀ ਨੂੰ ਦੇ ਕੇ ਜਾਈਏ। ਇਸ ਸੰਬੰਧੀ ਮੈਂ ਨਾ 2-3 ਦਿਨ ਪਹਿਲਾਂ ਇੱਕ TV ਚੈਨਲ ਦੇਖ ਰਿਹਾ ਸੀ ਜੀ, ਤੇ ਮੋਗੇ ਸਾਈਡ ਵੱਲ ਕਿਸੇ ਪਿੰਡ ਦਾ ਦਿਖਾ ਰਹੇ ਸੀ ਕਿ ਉਸ ਪਿੰਡ 'ਚ 80% ਲੋਕਾਂ ਨੂੰ ਕੈਂਸਰ ਸੀ। ਇਹ 3 ਦਿਨ ਪੁਰਾਣੀ ਗੱਲ ਮੈਂ ਦੱਸ ਰਿਹਾ ਜੀ। ਤੇ ਉਸ ਤੋਂ ਬਾਅਦ ਉੱਥੋਂ ਦੀਆਂ ਲੇਡੀਜ਼ ਨੇ ਜਿਹੜਾ
ਉਹਨਾਂ ਨੇ ਕੀ ਕੀਤਾ ਕਿ ਆਪਣੇ ਵਿਹੜੇ 'ਚ ਜਿਹੜਾ ਛੋਟੀਆਂ ਮੋਟੀਆਂ ਕਿਚਨ ਗਾਰਡਨ ਬਣਾ ਲਏ, ਉਹਦੇ 'ਚ ਪੈਸਟੀਸਾਈਡ ਵਗੈਰਾ ਪਾਣੇ ਬੰਦ ਕਰਕੇ ਤੇ ਉਹਨਾਂ ਨੇ ਆਪਣਾ ਹੀ ਗੋਬਰ ਵਗੈਰਾ ਹੋਰ ਜੋ ਵੀ ਉੱਥੋਂ ਦਾ ਲੋਕਲ ਹੈਗਾ ਆਰਗੈਨਿਕ ਜੀ ਉਹਨੂੰ ਯੂਜ਼ ਕੀਤਾ ਤੇ ਉੱਥੇ ਜਿਹੜੀ ਪਰਸੈਂਟੇਜ ਆਫ ਕੈਂਸਰ ਹੈ ਉਹ ਡਰਾਸਟਿਕਲੀ ਘਟ ਗਈ। ਅੱਛਾ ਜੀ। ਹਾਂ, ਇਹ ਮੈਂ 3 ਦਿਨ ਪਹਿਲਾਂ ਹੀ ਟੀਵੀ ਚੈਨਲ ਤੇ ਕਿਤੇ ਦੇਖ ਰਿਹਾ ਸੀ। ਤੇ ਇਦਾਂ ਦੀ ਸੋਚ ਸਾਨੂੰ ਨਵੀਂ ਡਿਵੈਲਪ ਕਰਨੀ ਪਊਗੀ ਜੀ, ਤਾਂ ਕਿ ਪੋਲੂਸ਼ਨ ਨੂੰ ਅਸੀਂ ਘਟਾ ਸਕੀਏ ਤੇ ਇਹਨਾਂ ਜਿਹੜੀਆਂ ਬਿਮਾਰੀਆਂ ਤੋਂ ਅਸੀਂ ਦੂਰ ਰਹਿ ਸਕੀਏ। ਹਰ ਇਨਸਾਨ ਨੂੰ ਇਸ ਵਿੱਚ ਕੰਟਰੀਬਿਊਸ਼ਨ ਕਰਨੀ ਜੀ। ਤੇ ਮੈਂ ਅੱਜ ਸਾਡੇ ਜਿਹੜੇ ਆਡੀਅנס ਸਾਡੇ ਕੋਲ ਬੈਠੀ ਹੈ ਸਾਡੇ ਸਟੂਡੀਓ ਦੇ ਵਿੱਚ, ਮੈਂ ਉਹਨਾਂ ਕੋਲ ਜਾ ਕੇ ਉਹਨਾਂ ਦੇ ਸਵਾਲ ਲੈਣਾ ਚਾਹਾਂਗਾ ਤੇ ਜਿਹੜੇ ਸਾਡੇ ਸਵਾਲ ਪੁੱਛਣਾ ਚਾਹ ਰਹੇ ਨੇ ਮੈਂ ਚਾਹਾਂਗਾ ਕਿ ਆਪਣੇ ਹੱਥ ਖੜੇ ਕਰਨ ਜੀ। ਪਹਿਲਾਂ ਮੈਂ ਬਿਟੀਆ ਦੇ ਕੋਲ ਜਾਵਾਂਗਾ। ਹਾਂਜੀ ਬੇਟੇ। ਓਕੇ, ਮੈਂ ਇੱਕ ਸਜੈਸ਼ਨ ਤੇ ਇੱਕ ਕੁਐਸਚਨ ਦੋਨੋਂ ਹੀ ਪੁੱਛਣਾ ਚਾਹ ਰਹੀ ਸੀ ਕਿ ਜਿੱਦਾਂ ਇੰਡੀਆ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਈ, ਇੰਡਸਟਰੀਅਲਾਈਜੇਸ਼ਨ, ਅਰਬਨਾਈਜੇਸ਼ਨ, ਸੋ ਮੈਨੂੰ ਲੱਗਦਾ ਹੈ ਕਿ ਹੁਣ ਇੱਕ ਮੋਰਲਾਈਜੇਸ਼ਨ ਦੀ ਨੀਡ ਹੈ। ਸੋ ਹਾਊ ਡੂ ਯੂ ਥਿੰਕ, ਤੁਹਾਨੂੰ ਕਿੱਦਾਂ ਲੱਗਦਾ ਹੈ ਆਪਾਂ ਇਹ ਕਰ ਸਕਦੇ ਹਾਂ? ਹਾਂਜੀ ਸਾਈ ਸਾਹਿਬ। ਇਹਦੇ ਵਿੱਚ ਮੈਂ ਸੁਜੈਸ਼ਨ ਦੇਵਾਂ ਚਾਹੁੰਦਾ ਕਿ ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਹੈ ਜੀ, ਉਹਨੂੰ ਥੋੜਾ ਸੁਧਾਰਨ ਦੀ ਲੋੜ ਹੈ। ਸਾਨੂੰ ਸਿਰਫ ਐਜੂਕੇਸ਼ਨ 10th ਤੱਕ ਹੀ ਰਿਗਾਰਡਿੰਗ ਮੋਰਲ ਸਾਇੰਸਿਸ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪਾਰਟਿਕੂਲਰ ਸਬਜੈਕਟਸ ਵੱਲ ਅਸੀਂ ਸਾਰੇ ਹੋ ਜਾਂਦੇ ਹਾਂ ਜੀ। ਜੇ ਸਾਇੰਸ ਸਟੂਡੈਂਟ ਆ ਉਹ ਸਾਇੰਸ ਵੱਲ ਹੋ ਜਾਂਦਾ ਤੇ 10ਵੀਂ ਤੱਕ ਜੋ ਪੜ੍ਹਿਆ ਆ ਹੌਲੀ ਬਾਈ ਦੀ ਟਾਈਮ ਹੀ ਗਰੋ ਅਪ ਜੌਬ ਜੁਆਇਨ ਕਰਦਾ ਉਹਨੂੰ ਸਭ ਕੁਝ ਭੁੱਲ ਗਿਆ ਜੀ। ਤੇ ਪਾਰਟਿਕੂਲਰਲੀ ਸਾਇੰਸ ਸਟੂਡੈਂਟ, ਡਾਕਟਰਸ, ਇੰਜੀਨੀਅਰਸ, ਇਹਨਾਂ ਨੂੰ ਮੋਰਲ ਸਾਇੰਸਿਸ ਜਿਹੜੀਆਂ ਹੈਗੀਆਂ ਜੀ ਉਹ ਨਹੀਂ ਨਾਲ ਪੜ੍ਹਾਈਆਂ ਜਾਂਦੀਆਂ ਜੀ। ਡਾਕਟਰ ਮੋਦੀ ਜੀ ਤੁਸੀਂ ਕੀ ਇਹਦੇ ਬਾਰੇ ਸੁਝਾਅ ਦੇਣਾ ਚਾਹੋਗੇ? ਮੇਰਾ ਵਿਚਾਰ ਥੋੜਾ ਡਿਫਰੈਂਟ ਹੈ ਕਿ ਅਸੀਂ ਨਾ ਜਿਹੜੀ ਅਨੈਤਿਕ ਉਸ ਵੇਲੇ ਆਦਮੀ ਹੁੰਦਾ ਹੈ ਜਦੋਂ ਆਪਣੇ ਅਧਿਕਾਰ ਤੋਂ ਜ਼ਿਆਦਾ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਕੋਈ ਵੀ ਚੀਜ਼ ਕਰੇ ਉਸ ਵੇਲੇ ਉਹ ਅਨੈਤਿਕ ਹੁੰਦਾ ਹੈ। ਇਸ ਵਾਸਤੇ ਸਾਡਾ ਜਿਹੜਾ ਬੁਨਿਆਦੀ ਢਾਂਚਾ ਇੱਕ ਸਮਾਜ ਦਾ ਹੈ ਨਾ, ਉਹਨੂੰ ਦਰੁਸਤ ਕਰਨ ਦੀ ਲੋੜ ਹੈ। ਜਿੰਨਾ ਅਹਿਮੀਅਤ ਅਸੀਂ ਪੈਸੇ ਨੂੰ ਔਰ ਰੁਤਬੇ ਨੂੰ ਦੇ ਰਹੇ ਹਾਂ ਜੀ, ਇੰਨੀ ਕਦੇ ਨਹੀਂ ਦਿੱਤੀ ਗਈ ਸੀ ਔਰ ਇਸ ਕਰਕੇ ਸਮਾਜ ਵਿੱਚੋਂ ਤਰੁੱਟੀ ਆ ਰਹੀ ਹੈ। ਹਰ ਆਦਮੀ ਪੈਸੇ ਵੱਲ ਭੱਜ ਰਿਹਾ ਹੈ, ਹਰ ਰੂਲ ਤੋੜ ਰਿਹਾ ਹੈ, ਹਰ ਬੜਪਨ ਚਾਹ ਰਿਹਾ ਹੈ ਜੀ। ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੀ ਟੈਂਡੈਂਸੀ ਸਮਾਜ ਦੀ ਹੋ ਗਈ ਹੈ ਕਿ ਅਸੀਂ ਸਾਰੇ ਜ਼ਿਆਦਾ ਸੈਲਫ ਸੈਂਟਰਡ ਹੋ ਗਏ ਹਾਂ, ਬਿਲਕੁਲ ਇਸ ਸਿਚੁਏਸ਼ਨ ਦੇ ਵਿੱਚ ਮੋਰਲ ਐਜੂਕੇਸ਼ਨ ਤਾਂ ਹੈ ਹੀ ਜ਼ਰੂਰੀ, ਉਹਦਾ ਜ਼ਿਕਰ ਵੀ ਕਰੀਏ, ਚੈਟ ਸ਼ੋਅ ਵੀ ਹੋਣ, ਗੱਲਬਾਤ ਹੋਰ ਜਗ੍ਹਾ ਵੀ ਜ਼ਿਕਰ ਹੋਏ, ਪਰਿਵਾਰ 'ਚ ਵੀ ਜ਼ਿਕਰ ਹੋਏ, ਸਮਾਜ 'ਚ ਜ਼ਿਕਰ ਹੋਏ, ਟੈਲੀਵਿਜ਼ਨ ਚੈਨਲ ਤੇ ਜ਼ਿਕਰ ਹੋਏ। ਲੇਕਿਨ ਇਸ ਦੇ ਨਾਲ ਕਾਨੂੰਨ ਬਹੁਤ ਸਖਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਪ੍ਰਾਣੀ ਹੈ ਉਹ ਜਦੋਂ ਤੱਕ ਕਾਨੂੰਨ ਦਾ ਸ਼ਿਕੰਜਾ ਉਸ 'ਤੇ ਨਹੀਂ ਕੱਸੇਗਾ, ਜਿੰਨੀ ਉਹ ਆਪਣੇ ਰਸਤੇ ਤੋਂ ਹਟ ਚੁੱਕਿਆ ਹੈ, ਜਿੰਨਾ ਆਪਣਾ ਕਰਤੱਵ ਵਿਮੂੜ ਹੋ ਚੁੱਕਿਆ ਹੈ, ਉਹਨੂੰ ਇੱਕ ਕਾਨੂੰਨ ਹੀ ਔਰ ਬੜੇ ਜ਼ੋਰ ਨਾਲ ਉਹਨੂੰ ਲਾਗੂ ਕਰਕੇ ਇੱਕੋ ਇੱਕ ਰਸਤਾ ਉਹ ਬਣਦਾ ਹੈ। ਜਿਸ ਦਿਨ ਜਿਹੜੀ ਵੀ ਸੁਸਾਇਟੀਆਂ ਸਾਡੀਆਂ ਅੱਜ ਆਰਗੇਨਾਈਜ਼ਡ ਨੇ ਉਹ ਤੁਸੀਂ ਦੇਖੋਗੇ ਕਾਨੂੰਨ ਬਹੁਤ ਸਖਤ ਨੇ। ਤੁਸੀਂ ਆਸਟ੍ਰੇਲੀਆ ਚਲੇ ਜਾਓ, ਛੋਟੀ ਜਿਹੀ ਗੱਲ ਹੋਗੀ $250 ਦਾ ਫਾਈਨ, ਬਿਲਕੁਲ ਉਹ ਬੰਦਾ ਕੋਈ ਟ੍ਰੈਫਿਕ ਰੂਲ ਤੋੜਦਾ ਹੀ ਨਹੀਂ, ਉਹ ਰਾਤ ਦੇ 12 ਵਜੇ ਵੀ ਅਗਰ ਗ੍ਰੀਨ ਲਾਈਟ ਨਹੀਂ ਹੈ ਤਾਂ ਖੜਾ ਰਹੇਗਾ ਜੀ। ਅਸੀਂ ਚਾਹ ਰਹੇ ਹਾਂ ਕਿ ਸਾਡਾ ਸਮਾਜ ਨੂੰ ਵੀ ਕਾਨੂੰਨ ਦੇ ਬਾਰੇ ਜਾਣਕਾਰੀ ਦੇ ਕੇ ਉਹਦੇ ਵਿੱਚ ਬਣਿਆ ਜਾ ਸਕਦਾ ਹੋਵੇ ਤੇ ਦੇਖ ਕੇ ਕਾਨੂੰਨ ਲਾਗੂ ਕੀਤਾ ਜਾਏ, ਬੜੀ ਸਖਤੀ ਨਾਲ ਲਾਗੂ ਕੀਤਾ ਜਾਏ। ਇਹੀ ਇੱਕ ਰਸਤਾ ਹੈ ਕਿ ਬੰਦਾ ਥੋੜਾ ਠੀਕ ਹੋਏਗਾ। ਮੈਂ ਇੱਕ ਸਵਾਲ ਲੈਣਾ ਚਾਹਾਂਗਾ ਸਾਡੇ ਜੀ। ਮੈਂ ਵੀਰਪਾਲ ਕੌਰ ਸਮਾਜ ਦੇ ਸਵਾਲ ਪੁੱਛਣਾ ਚਾਹਾਂਗਾ, ਨੌਜਵਾਨਾਂ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਸਾਡੀ ਕੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ? ਨੌਜਵਾਨਾਂ ਦੇ ਵਿੱਚ ਜਿੱਦਾਂ ਨਸ਼ੇ ਦੇ ਪ੍ਰਤੀ ਜ਼ਿਆਦਾ ਹੋ ਰਿਹਾ, ਇਹਦੀ ਨੈਤਿਕ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਬੱਚੇ ਖੁਦ ਵੀ ਆਪਣੇ ਆਪ ਬਾਰੇ ਸੋਚਣ ਔਰ ਉਹਨਾਂ ਦੇ ਪੇਰੈਂਟਸ ਵੀ ਜਿਸ ਤਰ੍ਹਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚੇ ਪ੍ਰਤੀ ਪੂਰਾ ਧਿਆਨ ਰੱਖਣ ਵੀ ਬੱਚਾ ਕਿੱਥੇ ਜਾ ਰਿਹਾ, ਕਿਸ ਤਰ੍ਹਾਂ ਦੀ ਸੰਗਤ ਕਰ ਰਿਹਾ। ਔਰ ਇਹਦੇ ਨਾਲ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਦੇ ਨਾਲ ਸਾਡੀ ਨੈਤਿਕ ਜ਼ਿੰਮੇਵਾਰੀ ਉਹ ਬੱਚਿਆਂ ਦੀ ਗਿਰਦੀ ਵੀ ਹੈ ਕਿਉਂਕਿ ਜਦੋਂ ਬੱਚਾ ਨਸ਼ੇ ਦੇ ਵਿੱਚ ਹੁੰਦਾ ਔਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਆਪਣੇ ਪੇਰੈਂਟਸ ਨਾਲ ਜਾਂ ਆਪਣੇ ਬਜ਼ੁਰਗਾਂ ਨਾਲ ਜਾਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰ ਰਿਹਾ ਹਾਂ, ਕੀ ਬੋਲ ਰਿਹਾ ਹਾਂ, ਜਿਹੜਾ ਕਿ ਸਾਡੇ ਦੋਵਾਂ ਦੇ ਵਿੱਚ ਇੱਕ ਰਿਸ਼ਤਾ, ਇੱਕ ਪਰਦਾ ਬਣਿਆ ਹੁੰਦਾ ਲੱਜ ਸ਼ਰਮ ਦਾ, ਉਹ ਖਤਮ ਹੋ ਜਾਂਦਾ ਜਦੋਂ ਬੱਚਾ ਨਸ਼ੇ ਦੇ ਵਿੱਚ ਬੋਲਦਾ ਹੈ। ਔਰ ਉਹਦੀ ਨੈਤਿਕ ਜ਼ਿੰਮੇਵਾਰੀ ਸਾਡੀ ਔਰ ਪੇਰੈਂਟਸ ਦੀ ਔਰ ਬੱਚਿਆਂ ਦੀ ਖੁਦ ਵੀ ਬਣਦੀ ਹੈ ਕਿ ਆਪਣੇ ਸਰੀਰ ਨੂੰ, ਆਪਣੀ ਸਿਹਤ ਬਾਰੇ ਜ਼ਰੂਰ ਸੁਚੇਤ ਰਹਿਣ, ਨਾ ਕਿ ਨਸ਼ਿਆਂ ਦੇ ਆਦੀ ਹੋ ਕੇ ਉਹ ਦਿਨੋਂ ਦਿਨ ਆਪਣੀ ਸਿਹਤ ਨਾਲ ਖਿਲਵਾੜ ਕਰਨ। ਬਿਲਕੁਲ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਸਾਡੀ ਸਿਹਤ ਵਾਸਤੇ, ਸਾਡੇ ਸਰੀਰ ਵਾਸਤੇ ਵੀ। ਤੇ ਸਾਡੇ ਨਾਲ ਸਾਡੇ ਦਰਸ਼ਕ ਇੱਕ ਵਾਰੀ ਫਿਰ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹਾਂਗਾ।
ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਤੁਸੀਂ ਆਪਣਾ ਸਵਾਲ ਜਾਂ ਸਾਨੂੰ ਸੁਝਾਅ ਆਪਣੇ ਦੇ ਸਕਦੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਆਏ ਹੋਏ ਮਹਿਮਾਨਾਂ ਨੂੰ ਵੀ ਸਾਹਿਲ ਕੁਮਾਰ ਹੈਪੀ ਮੁਕਤਸਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਔਰ ਸਰ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਸਾਡੇ ਇਲਾਕੇ ਦੀ ਆਨ ਤੇ ਸ਼ਾਨ ਮੈਡਮ ਵੀਰਪਾਲ ਕੌਰ ਜੀ ਬੜੇ ਅੱਛੇ ਵਿਚਾਰ ਪੇਸ਼ ਕਰ ਰਹੇ ਆ ਔਰ ਬੜਾ ਅੱਛਾ ਲੱਗ ਰਿਹਾ। ਅਸੀਂ ਪੂਰਾ ਪਰਿਵਾਰ ਇਸ ਪ੍ਰੋਗਰਾਮ ਨੂੰ ਬਹੁਤ ਹੀ ਇੰਜੋਏ ਕਰ ਰਹੇ ਹਾਂ ਜੀ। ਧੰਨਵਾਦ ਜੀ। ਤੁਹਾਨੂੰ ਦੇਖ ਕੇ ਤੁਹਾਡੇ ਅੱਛੇ ਵਿਚਾਰਾਂ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋ ਰਹੇ ਨੇ। ਮੈਂ ਇੱਕ ਵਾਰੀ ਫਿਰ ਦਰਸ਼ਕਾਂ ਮਨਰ ਜੀ, ਮੈਂ ਨਾ ਇਹ ਜਿਹੜਾ ਸਵਾਲ ਜਿਹੜਾ ਨਸ਼ੇ ਵਾਲਾ ਪੁੱਛਿਆ ਸੀ ਨਾ, ਉਹਦੇ ਬਾਰੇ ਇੱਕ ਚੀਜ਼ ਐਡ ਕਰਨਾ ਚਾਹਨਾ ਜੀ, ਕਿਉਂਕਿ ਮੈਂ ਇੱਕ ਐਜੂਕੇਸ਼ਨ ਸੰਸਥਾ ਨਾਲ ਵੀ ਜੁੜਿਆ ਹੋਇਆ ਜੀ ਔਰ ਥੋੜੀ ਬਹੁਤ ਵਾਕਫੀਅਤ ਰੱਖਦੇ ਹਾਂ ਅਸੀਂ ਨੌਜਵਾਨਾਂ ਨਾਲ। ਜੋ ਪਰਿਵਾਰਿਕ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ, ਨੈਤਿਕ ਜ਼ਿੰਮੇਵਾਰੀ ਨਸ਼ਾ ਰੋਕਣ ਲਈ, ਉਹ ਤਾਂ ਬਿਲਕੁਲ ਜਾਇਜ਼ ਹੈ, ਠੀਕ ਹੈ। ਮੇਰਾ ਖਿਆਲ ਹੈ ਅੱਜ ਜਿਹੜਾ ਯੂਥ ਹੈ ਬਹੁਤ ਪੀਅਰ ਪ੍ਰੈਸ਼ਰ ਦੇ ਅੰਡਰ ਬਹੁਤ ਜ਼ਿਆਦਾ ਹੈ, ਆਪਣੇ ਹਾਣ ਦੇ ਲੋਕਾਂ ਤੋਂ ਬਹੁਤ ਪ੍ਰਭਾਵਿਤ ਹੋ ਰਿਹਾ ਹੈ। मेरा ख्याल आज ਜਿਹੜੇ ਦੋਸਤ ਨੇ ਉਹ ਆਪਣੀ ਦੋਸਤੀ ਦਾ ਜੋ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾ ਰਹੇ। ਅਗਰ ਮੈਂ ਇੱਕ ਦੋਸਤ ਹਾਂ, ਮੇਰਾ ਦੋਸਤ ਗਲਤ ਕਰ ਰਿਹਾ ਹੈ, ਮੇਰੇ 'ਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਮੈਂ ਉਹਨੂੰ ਰੋਕਾਂ, ਉਹਨੂੰ ਟੋਕਾਂ, ਔਰ ਅਗਰ ਉਹ ਨਹੀਂ ਠੀਕ ਰਸਤੇ ਤੇ ਆ ਰਿਹਾ ਤਾਂ ਜ਼ਬਰਦਸਤੀ ਵੀ ਕਰਾਂ ਜਿੱਥੇ ਮੈਨੂੰ ਉਹਨੂੰ ਸ਼ਿਕਾਇਤ ਕਰਨ ਦੀ ਲੋੜ ਹੈ। ਅਗਰ ਮੈਂ ਕਰਾਂ, ਅਗਰ ਚਾਰੇ ਪਾਸੇ ਇਹ ਸਾਡੇ ਦੋਸਤ ਇਹ ਜ਼ਿੰਮੇਵਾਰੀ ਨਿਭਾਉਣ ਤਾਂ ਮੇਰਾ ਖਿਆਲ ਹੈ ਇਸ ਤੋਂ ਬਹੁਤ ਜਲਦੀ ਨਿਜਾਤ ਪਾਈ ਜਾ ਸਕਦੀ ਹੈ। ਜਿੱਥੇ ਲੋੜ ਪਵੇ ਉਹਦੇ ਮਾਪਿਆਂ ਨੂੰ ਜਾ ਕੇ ਦੱਸਣਾ ਪਵੇ, ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਜਾਵੇ। ਪੂਰਾ ਪ੍ਰੈਸ਼ਰ ਬਣਾਉਣ ਦੀ ਲੋੜ ਹੈ। ਨਸ਼ੇ ਦੇ ਬਾਰੇ ਚ ਨਾ ਪਰਿਵਾਰਿਕ ਢਾਂਚਾ ਜਿਹੜਾ ਸਾਡਾ ਬੜਾ ਮਜ਼ਬੂਤ ਹੋਣਾ ਚਾਹੀਦਾ ਜੀ। ਦੇਖੋ ਅਸੀਂ ਵਿਆਹ ਸ਼ਾਦੀ ਕਰਦੇ ਹਾਂ ਜੀ, ਸਾਡੇ ਆਪਣੇ ਤੋਂ ਹੀ ਇਹ ਸਿਸਟਮ ਠੀਕ ਹੋਣਾ ਚਾਹੀਦਾ ਜੀ। ਵਿਆਹ ਸ਼ਾਦੀ 'ਚ ਅਸੀਂ ਨਿਮੰਤਰਣ ਪੱਤਰ ਭੇਜਦੇ ਹਾਂ, ਕਾਰਡ ਭੇਜਦੇ ਹਾਂ, ਉੱਪਰ ਲਿਖਿਆ ਹੁੰਦਾ ਏਕ ਓਮਕਾਰ ਸਤਿਗੁਰੂ ਪ੍ਰਸਾਦ, ਹਾਂਜੀ, ਜਾਂ ਸ਼੍ਰੀ ਗਣੇਸ਼ ਜੀ ਸਹਾਏ, ਜੀ, ਪ੍ਰਥਮ ਨਿਮੰਤਰਣ ਆਪਕੋ। ਹਾਂਜੀ, ਹੁਣ ਇਹ ਸਾਰਾ ਜਿਸ ਵੇਲੇ ਅਸੀਂ ਲਿਖ ਦਿੰਦੇ ਆ ਤੇ ਉਹੀ ਵਿਆਹ ਸ਼ਾਦੀ ਦੇ ਵਿੱਚ ਅਸੀਂ ਸਾਰਿਆਂ ਨਾਲੋਂ ਪਹਿਲੇ ਜਿਹੜੀ ਹੈ ਅਸੀਂ ਸ਼ਰਾਬ ਪਰੋਸਦੇ ਹਾਂ। ਬਿਲਕੁਲ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਇਹ ਆਪਣੇ ਆਪ ਦੇ ਔਰ ਸਾਡੇ ਬੱਚੇ ਇੰਨੇ ਸਟਰੋਂਗ ਹੋਣ, ਪਰਿਵਾਰ ਸਾਡਾ ਇੰਨਾ ਸਟਰੋंग होवे कि ये कम बुरा है, ये नहीं करना जी। ये चीज जड़ी लागू होनी। साई साहब कुछ कहना? नशे के बारे में मैं जो कहना चाहूँगा, हमने बीएसएफ में काफ़ी ड्राइव चलाया बॉर्डर पॉपुलेशन में ड्रग डी एडिक्शन का, लोगों में जागरूकता फैलाने का। जैसा कि मोदी जी ने भी कहा कि उसका पीयर ग्रुप का प्रेशर भी होना चाहिए, तो इसमें बहुत रोल है समाज का, मीडिया का, इवन सोशल मीडिया का जी। आज की तारीख में सोशल मीडिया भी एक बहुत बड़ी पावर बन चुका है जी। तो ये सारी चीज़ें मिल करके जब नहीं चलेंगे ना, जब तक हम खाली पुलिस को गाली देते रहे, नेताओं को गाली देते हैं, उससे नहीं होगा। सबको एक साथ मिलकर जुड़ के इसके अगेंस्ट लड़ना पड़ेगा, तब जाके हम इस बुराई से जीत पाएंगे। साई साहब, ਇਹ ਨਸ਼ਿਆਂ ਨੂੰ ਰੋਕਣ ਲਈ ਬੇਸਿਕਲੀ ਸਾਨੂੰ ਇਹਦਾ ਬੇਸਿਕ ਕਾਜ਼ ਪਹਿਲਾਂ ਲੱਭਣਾ ਚਾਹੀਦਾ ਕਿ ਸਟੂਡੈਂਟ ਜਾਂ ਯੰਗ ਜਨਰੇਸ਼ਨ ਕਿਉਂ ਨਸ਼ਿਆਂ ਵੱਲ ਮੁੜੀ ਹੋਈ ਹੈ। ਕਿਉਂਕਿ ਜਦੋਂ ਸਟੂਡੈਂਟ ਬਹੁਤ ਪੜ੍ਹ ਜਾਂਦਾ ਉਹਨੂੰ ਜੌਬ ਨਹੀਂ ਮਿਲਦੀ, ਉਹਨੂੰ ਆਪਣੇ ਮੁਤਾਬਕ ਹੱਕ ਨਹੀਂ ਮਿਲਦੇ, ਕੋਈ ਹੋਰ ਹੱਕ ਛੀਨ ਕੇ ਲੈ ਜਾਂਦਾ, ਤਾਂ ਉਹਦੀ ਪ੍ਰਵਿਰਤੀ ਜਿਹੜੀ ਹੈ ਉਹ ਨਸ਼ਿਆਂ ਵੱਲ ਤੁਰ ਪੈਂਦੀ। ਨਸ਼ਿਆਂ ਨੂੰ ਖਤਮ ਕਰਨ ਲਈ ਸਾਨੂੰ ਬੇਸਿਕ ਰੂਟ ਕਾਜ਼ ਉਹਦਾ ਲੱਭਣ ਲਈ ਕੋਈ ਰਿਸਰਚ ਟਾਈਪ ਕਰਨਾ ਚਾਹੀਦਾ ਤਾਂ ਕਿ ਇਹਨੂੰ ਅਸੀਂ ਰੋਕ ਸਕੀਏ। ਨਸ਼ਾ ਜਿਹੜਾ ਜੀ ਉਹ ਨੇਚਰ ਦੇ ਨਾਲ ਹੋਣਾ ਚਾਹੀਦਾ ਜੀ। ਨੇਚਰ ਜਿਹੜੀ ਹੈ, ਪਹਿਲੇ ਕੀ ਹੁੰਦਾ ਸੀ, ਸਾਡੀ ਜੀਵਨ ਸ਼ੈਲੀ ਨੇ ਵੀ ਬਹੁਤ ਫਰਕ ਪਾਇਆ। ਕਿਉਂਕਿ ਪਹਿਲੇ ਕੀ ਹੁੰਦਾ ਸੀ ਕਿ ਅਸੀਂ ਸਾਡੇ ਜਿਸ ਵੇਲੇ ਛੋਟੇ ਹੁੰਦੇ ਆ ਨਾ, ਸਾਨੂੰ ਮਾਂ ਪਿਓ ਗਰਮੀਆਂ 'ਚ ਉੱਪਰ ਕੋਠੇ ਤੇ ਸਵਾਉਂਦੇ ਸੀ ਬਿਲਕੁਲ, ਤੇ ਉਹ ਕਹਿੰਦੇ ਸੀ ਉਹ ਦੇਖੋ ਚੰਦਾ ਮਾਮਾ ਦੂਰ ਕੇ ਜੀ ਜੀ, ਔਰ ਚੰਦਰਮਾ ਔਰ ਸਿਤਾਰੇ, ਇਹ ਸਾਰੇ ਜਿਸ ਵੇਲੇ ਇੱਕ ਨੇਚਰ ਦਾ ਇੱਕ ਡਿਸਪਲਿਨ ਕਿ ਬਈ ਕਿੰਨੇ ਵਜੇ ਚੰਦਰਮਾ ਨਿਕਲਣਾ ਤੇ ਕਿੰਨੇ ਵਜੇ ਜਿਹੜਾ ਛੁਪਣਾ ਜਾਂ ਕਿੰਨੇ ਵਜੇ ਨਿਕਲਣਾ। ਸੋ ਜਿਸ ਵੇਲੇ ਇੱਕ ਸਾਨੂੰ ਇਹ ਨੇਚਰ ਇਹ ਵੀ ਸਿਖਾਉਂਦੀ ਹੈ ਕਿ ਵੀ ਇੱਕ ਪ੍ਰੋਸੈਸ ਹੈ ਕਿ ਬਈ ਤੇ ਮੈਂ ਚਾਹਾਂਗਾ ਸਾਡੇ ਦਰਸ਼ਕ ਕੋਲੋਂ ਆਪਣਾ ਸਵਾਲ ਲਈਏ ਜੀ, ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ ਜੀ। ਜਵਿੰਦਰ ਥੋੜਾ ਜੀ, ਮੈਂ ਅਮਿਤ ਜੀ ਕੋ ਪੁੱਛਣਾ ਚਾਹੁੰਦਾ ਜੀ, ਸਵੱਛ ਭਾਰਤ ਅਭਿਆਨ ਤੋਂ ਬਾਅਦ ਨਸ਼ਾ ਮੁਕਤੀ ਅਭਿਆਨ ਵੀ ਚਲਾਉਣਗੇ ਮੋਦੀ ਜੀ? ਕੋਈ ਇਹੋ ਜਿਹਾ ਕੰਮ ਵੀ ਕਰਨਗੇ ਜਿਹੜਾ ਪੰਜਾਬ ਦਾ ਵੀ ਭਲਾ ਹੋਵੇ ਤੇ ਦੇਸ਼ ਦਾ ਵੀ ਭਲਾ ਹੋਵੇ ਜੀ? ਬਿਲਕੁਲ ਜੀ, ਉਹ ਇੱਕ ਬੁਰਾਈ ਨੂੰ ਜਿਹੜੀ ਦੇਸ਼ ਦੀ ਹੈ, ਉਹ ਇੱਕ ਬੁਰਾਈ ਨੂੰ ਜਿਹੜਾ ਹੈ ਉਹ ਲੈ ਕੇ ਉਹ ਇੱਕ ਆਹਵਾਨ ਕਰ ਰਹੇ ਆ ਦੇਸ਼ ਦੇ ਯੁਵਕਾਂ ਨੂੰ, ਨੌਜਵਾਨਾਂ ਨੂੰ। ਔਰ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ 65% ਯੁਵਕ ਜਿਹੜੇ ਹੈ ਇਸ ਦੇਸ਼ ਦੇ ਵਿੱਚ ਕੰਮ ਕਰ ਰਹੇ ਨੇ ਔਰ ਭਵਿੱਖ ਜਿਹੜਾ ਹੈ ਉਹ ਨੌਜਵਾਨ ਹੈ। ਔਰ ਨੌਜਵਾਨ ਨੂੰ ਜਾਗਰਤ ਕਰਨਾ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਗੱਲ ਹੈ। ਜੇ ਨੌਜਵਾਨ ਜਾਗਰੂਕ ਹੋ ਜਾਏਗਾ ਤੇ ਹਰ ਚੀਜ਼ ਜਿਹੜੀ ਹੈ, ਹਰ ਬੁਰਾਈ ਖਤਮ ਹੋ ਸਕਦੀ ਹੈ। ਅਸੀਂ ਨਸ਼ੇ ਬਾਰੇ ਗੱਲਬਾਤ ਕਰ ਰਹੇ ਸੀਗੇ, ਇੱਕ ਹੋਰ ਨੈਤਿਕ ਜ਼ਿੰਮੇਵਾਰੀ ਦਾ ਇੱਕ ਚੱਲਦਾ ਹੈ। ਅਸੀਂ ਗੱਲ ਕਰ ਰਹੇ ਸੀ ਉਹਨੇ ਫੇਸਬੁੱਕ ਦੀ, ਸੋਸ਼ਲ ਨੈਟਵਰਕਿੰਗ ਦੀ ਤੇ ਟਵਿੱਟਰ ਦੀ, ਅਸੀਂ ਸੋਸ਼ਲ ਨੈਟਵਰਕਿੰਗ ਸਾਈਟ ਦੀ
ਲੇਕਿਨ ਸਾਡੇ ਨਾਲ ਸਾਡੇ ਦਰਸ਼ਕ ਇੱਕ ਵਾਰੀ ਫਿਰ ਜੁੜ ਚੁੱਕੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਤੁਸੀਂ ਆਪਣਾ ਸਵਾਲ ਸਾਡੇ ਮਾਹਿਰ ਮਹਿਮਾਨ ਕੋਲ ਪੁੱਛ ਸਕਦੇ ਹੋ ਜਾਂ ਫਿਰ ਆਪਣੇ ਸੁਝਾਅ ਸਾਨੂੰ ਦੇ ਸਕਦੇ ਹੋ। ਜੀ ਹਾਂਜੀ, ਮੈਂ ਸੁਰਜੀਤ ਸਿੰਘ ਪਟਵਾਰੀ ਗੁਰਦਾਸਪੁਰ ਤੋਂ ਬੋਲ ਰਿਹਾ ਜੀ। ਸੁਰਜੀਤ ਜੀ। ਹਾਂਜੀ ਹਾਂਜੀ ਸਰ, ਬੋਲੀਏ ਜੀ। ਹਾਂਜੀ ਸਰ, ਇੱਕ ਵਾਰ ਸਰਕਾਰ ਕਹਿੰਦੀ ਹੈ ਵੀ ਅਸੀਂ ਨਸ਼ੇ ਖਤਮ ਕਰ ਰਹੇ ਹਾਂ ਜੀ, ਪਰ ਨਸ਼ੇ ਘਰ ਘਰ ਤੱਕ ਪਹੁੰਚ ਗਿਆ। ਹਰ ਗਲੀ ਵਿੱਚ ਠੇਕਾ ਵਾ, ਹਰ ਮੋੜ ਦੇ ਉੱਤੇ ਬਾਜ ਉਹਦੀ ਖੁੱਲੀ ਹੈ ਜੀ। ਹਾਂਜੀ, ਜੇ ਕੋਈ ਸੱਜਣ ਚਾਹੇ 10 ਰੁਪਏ ਦੀ ਸ਼ਰਾਬ ਮਿਲ ਸਕਦੀ ਹੈ, 20 ਰੁਪਏ ਦੀ ਸ਼ਰਾਬ ਮਿਲ ਸਕਦੀ ਹੈ। ਹਾਂਜੀ, ਸਰਕਾਰ ਇਹਦੇ ਰੋਕਣ ਵਾਸਤੇ ਕੁੱਖ ਨਹੀਂ ਕਰ ਰਹੀ। ਠੇਕੇ ਜਿਹੜੇ ਘਟ, ਇਹਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ, ਗਿਣਤੀ ਇਹਦੀ ਘਟਣੀ ਚਾਹੀਦੀ ਹੈ। ਠੇਕੇ ਦੂਰ ਹੋਣ, ਲੋਕ ਕਦੀ ਨਾ ਜਾਣ ਕੇਸ ਪਰ। ਜੀ, ਬਹੁਤ ਅੱਛਾ ਸੁਝਾਅ ਦਿੱਤਾ ਜੀ ਤੁਸੀਂ। ਲੇਕਿਨ ਅਸੀਂ ਫਿਰ ਉਹੀ ਕੋਸ਼ਿਸ਼ ਕਰਾਂਗੇ, ਜਦੋਂ ਸਾਡਾ ਸਮਾਜ ਇਕੱਠਾ ਹੋਏਗਾ, ਜਨ ਦੇ ਵਿੱਚ ਇਹ ਜਾਗਰਣ ਪੈਦਾ ਹੋਏਗਾ ਕਿ ਜਿਹੜੇ ਨਸ਼ਿਆਂ ਤੋਂ ਅਸੀਂ ਬਚਣਾ ਹੈ, ਜਿਹੜੇ ਨਸ਼ੇ ਕਰਦੇ ਪਏ ਨੇ, ਨਸ਼ਿਆਂ ਤੋਂ ਉਹਨਾਂ ਨੂੰ ਦੂਰ ਕਰਨ ਵਾਸਤੇ ਸਾਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ, ਕਿਸ ਤਰੀਕੇ ਦੀ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ। ਜਿੱਦਾਂ ਡਰੱਗ ਡਿਡਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣਾ ਹੈ, ਅਸੀਂ ਜੇ ਪ੍ਰਯਾਸ ਕਰਾਂਗੇ, ਕੋਸ਼ਿਸ਼ ਕਰਾਂਗੇ, ਔਰ ਜਿਸ ਤਰੀਕੇ ਨਾਲ ਦੱਸਿਆ ਗਿਆ ਕਿ ਅਸੀਂ ਉਹਨੂੰ ਬਹੁਤ ਜ਼ਿਆਦਾ ਬੜਾਵਾ ਨਾ ਦਈਏ ਆਪਣੀਆਂ ਪਾਰਟੀਆਂ ਦੇ ਉੱਤੇ, ਵਿਆਹਾਂ ਦੇ ਉੱਤੇ ਜਾਂ ਕਿਸੇ ਦੇ ਸਮਾਗਮ ਦੇ ਵਿੱਚ, ਜਦੋਂ ਇਸ ਤਰੀਕੇ ਦਾ ਨਸ਼ਾ ਦੇਖਿਆ ਜਾਂਦਾ ਹੈ, ਪਰੋਸਿਆ ਜਾਂਦਾ ਹੈ ਤੇ ਉਹ ਵਰਤਿਆ ਵੀ ਜਾਂਦਾ ਹੈ। ਤੇ ਸਾਡੀ ਸਾਰਿਆਂ ਦੀ ਇੱਕ ਸੋਚ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਤਰੀਕੇ ਨੂੰ ਖਤਮ ਕਰੀਏ। ਮੈਂ ਸਵਾਲ ਪੁੱਛਣਾ ਚਾਹਾਂਗਾ ਵੀਰਪਾਲ ਮੈਡਮ ਜੀ ਕੋ ਕਿ ਅਸੀਂ ਦੇਖਿਆ ਹੈ ਕਿ ਜਦੋਂ ਇੱਕ ਲੜਕੀ ਦੀ ਸ਼ਾਦੀ ਹੁੰਦੀ ਹੈ और शादी करके दूसरे पराए घर जाती है और एक बहुत ही ਵੱਖਰਾ ਜਿਹਾ एनवायरनमेंट ਹੁੰਦਾ ਹੈ, बहुत ही ਵੱਖਰਾ ਜਿਹਾ ਇੱਕ ਪੂਰੇ ਹੋਰ ਲੋਕਾਂ ਦੇ ਨਾਲ ਉਹਨੂੰ ਮਿਲਣਾ ਜੁਲਣਾ ਪੈਂਦਾ ਹੈ, ਵਿਵਹਾਰ ਵੀ ਆਪਣਾ ਬਦਲਣਾ ਪੈਂਦਾ ਹੈ। ਤੇ ਉਸ ਲੜਕੀ ਦੇ ਨਾਲ ਕੀ ਨੈਤਿਕ ਜ਼ਿੰਮੇਵਾਰੀਆਂ ਜੁੜੀਆਂ ਰਹਿੰਦੀਆਂ ਨਹੀਂ ਤਾਂ ਜੋ ਉਹ ਦੂਸਰੇ ਪਰਿਵਾਰ ਦੇ ਵਿੱਚ ਜਾ ਕੇ ਇੱਕ ਚੰਗੀ ਤਰੀਕੇ ਨਾਲ ਸੈਟਲ ਹੋ ਸਕਦੀ ਹੋਵੇ। ਲੜਕੀ ਦਾ ਇੱਕ ਨਵਾਂ ਜਨਮ ਹੁੰਦਾ ਜਦੋਂ ਉਹ ਸਹੁਰੇ ਪਰਿਵਾਰ ਦੇ ਵਿੱਚ ਜਾਂਦੀ ਹੈ, ਉਹਦੇ ਲਈ ਇੱਕ ਨਵਾਂ ਪਰਿਵਾਰ ਉਸਨੂੰ ਅਸੈਪਟ ਕੀਤਾ ਹੁੰਦਾ ਔਰ ਉਹਦੇ ਵਿੱਚ ਉਹਨੂੰ ਇਹ ਸਭ ਤੋਂ ਜ਼ਰੂਰੀ ਇਹ ਹੈ ਕਿ ਉਹ ਉਸਨੂੰ ਉਹ ਪਰਾਇਆ ਪਰਿਵਾਰ ਨਾ ਮੰਨ ਕੇ ਆਪਣਾ ਪਰਿਵਾਰ ਮੰਨੇ। ਔਰ ਜਿਸ ਤਰ੍ਹਾਂ ਆਪਣੇ ਘਰ ਦੇ ਵਿੱਚ, ਪੇਕੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਹੈ, ਸੱਸ ਸਹੁਰਾ ਉਹਦੇ ਲਈ ਉਹੀ ਮਾਤਾ ਪਿਤਾ ਨੇ, ਜੋ ਉਸਦੇ ਦੇਵਰ ਔਰ ਨਨਾਨਾ ਨੇ ਉਹ ਉਹਦੇ ਭੈਣ ਭਰਾ ਨੇ, ਉਹ ਉਹਨਾਂ ਨੂੰ ਉਹੀ ਪਿਆਰ, ਉਸੇ ਤਰ੍ਹਾਂ ਉਹਨਾਂ ਦਾ ਸਤਿਕਾਰ ਔਰ ਫਰਜ਼ ਆਪਣਾ ਨਿਭਾਵੇ। ਇਹਦੇ ਨਾਲ ਮੈਂ ਚਾਹੁੰਦੀ ਹਾਂ ਵੀ ਜੇ ਸਹੁਰਾ ਪਰਿਵਾਰ ਹੈ, ਉਹਨਾਂ ਦੇ ਜਿਹੜੇ ਸੱਸ ਸਹੁਰਾ ਨੇ, ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਨੂੰਹ ਨੂੰ ਆਪਣੀ ਬੇਟੀ ਦਾ ਦਰਜਾ ਦੇਣ ਔਰ ਬੇਟੀ ਦੇ ਵਾਲਾ ਵਿਹਾਰ ਉਹਦੇ ਨਾਲ ਕਰਨ। ਔਰ ਜਿਹੜੇ ਉਹਦੇ ਦੇਵਰ ਹੈ, ਨਨਾਣ ਹੈ ਔਰ ਜੇਠ ਹੋਇਆ, ਜਠਾਣੀ, ਕੁਝ ਬਾਕੀ ਸਾਰਾ ਪਰਿਵਾਰ ਹੈ, ਔਰ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਉਸ ਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਮੰਨਣ। ਔਰ ਇਹਦੇ ਨਾਲ ਨੈਤਿਕ ਜ਼ਿੰਮੇਵਾਰੀ ਜੇ ਲੜਕੀ ਦੀ ਬਣਦੀ ਹੈ ਤਾਂ ਸਹੁਰੇ ਪਰਿਵਾਰ ਦੀ ਵੀ ਬਣਦੀ ਹੈ, ਸਹੁਰਾ ਪਰਿਵਾਰ ਵੀ ਆਪਣਾ ਪੂਰਾ ਫਰਜ਼ ਨਿਭਾਵੇ। ਇਹਦੇ ਨਾਲ ਇਹ ਰਿਸ਼ਤਾ ਇੱਕ ਬੜਾ ਵਧੀਆ ਰਿਸ਼ਤਾ, ਉਸ ਘਰ ਦੇ ਵਿੱਚ ਬੜਾ ਵਧੀਆ ਮਾਹੌਲ ਵੀ ਬਣਦਾ ਹੈ ਔਰ ਬੜਾ ਵਧੀਆ ਇੱਕ ਸਾਡੇ ਦੇਸ਼ ਲਈ ਵੀ, ਸਮਾਜ ਲਈ ਵੀ ਇੱਕ ਸੇਧ ਮਿਲਦੀ ਹੈ ਵੀ ਜੇ ਕਿਸੇ ਦਾ ਪਰਿਵਾਰ ਬੜਾ ਵਧੀਆ ਚੱਲਦਾ ਹੈ ਤਾਂ ਉਹਦੇ ਦੇਖ ਕੇ ਬਾਕੀਆਂ ਤੇ ਵੀ ਪ੍ਰਭਾਵ ਪੈਂਦਾ ਹੈ। ਡਾਕਟਰ ਮੋਦੀ, ਮੈਂ ਤੁਹਾਡੇ ਕੋਲ ਜਾਣਾ ਚਾਹਾਂਗਾ, ਤੁਸੀਂ ਵਿਦਿਆਰਥੀਆਂ ਨਾਲ ਬਿਲਕੁਲ ਜੁੜੇ ਰਹਿੰਦੇ ਹੋ ਔਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਤੁਸੀਂ ਗਾਈਡ ਵੀ ਕਰਦੇ ਹੋ। ਅਸੀਂ ਗੱਲਬਾਤ ਕਰ ਰਹੇ ਸੀਗੇ ਸੋਸ਼ਲ ਨੈਟਵਰਕਿੰਗ ਸਾਈਟਸ ਦੇ ਉੱਤੇ, ਜਿਸ ਤਰੀਕੇ ਨਾਲ ਕੋਈ ਫੇਸਬੁੱਕ ਹੈ ਜਾਂ ਐਪ WhatsApp ਹੈ ਜਾਂ ਫਿਰ ਟਵਿੱਟਰ ਹੈ, ਕਿਸੇ ਤਰੀਕੇ ਦੀ ਵੀ ਕੋਈ ਵੀ ਸੋਸ਼ਲ ਨੈਟਵਰਕਿੰਗ ਸਾਈਟ ਹੈ, ਉੱਥੇ ਕਾਫੀ ਜ਼ਿਆਦਾ ਵਿਦਿਆਰਥੀ ਜਾਂਦੇ ਨੇ। ਮੈਂ ਆਪਣਾ ਸਵਾਲ ਤੁਹਾਨੂੰ ਦੁਹਰਾਵਾਂਗਾ, ਸਾਡੇ ਨਾਲ ਸਾਡੇ ਦਰਸ਼ਕ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹਨਾ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ, ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ। ਕੁੰਡੀ ਬਾਰੇ ਗੱਲ ਹੈ, ਜਿਹੜਾ ਪੋਲੀਟੀਕਲ ਬੰਦੇ ਆ ਜਾਂ ਖਾਸ ਕਰ ਗਵਰਨਮੈਂਟ ਵਾਲੇ ਜਦੋਂ ਕਾਨਫਰੰਸ ਕਰਦੇ ਆ, ਕੁੰਡੀਆਂ ਲਾਉਂਦੇ ਆ, ਦੱਸਦਾ। ਅੱਛਾ ਜੀ, ਤੇ ਉਦੋਂ ਕੁੰਡੀ ਨੈਤਿਕ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਅਫਸਰ ਵੀ ਚੁੱਪ ਕਰ ਜਾਂਦੇ ਆ, ਲੀਡਰ ਕਹਿੰਦੇ ਸਾਡਾ ਹੱਕ ਹੈ, ਧੱਕਾ ਕਰਦੇ ਆ। ਉਹ ਕਹਿੰਦੇ ਜੀ ਜਦੋਂ ਕਿਸੇ ਕਿਸਮ ਦਾ ਕੋਈ ਸਰਕਾਰੀ ਸਮਾਗਮ ਕੀਤਾ ਜਾਂਦਾ ਹੈ ਜਾਂ ਕਿਸੇ ਕਿਸਮ ਦਾ ਵੱਡਾ ਇਕੱਠ ਕੀਤਾ ਜਾਂਦਾ ਹੈ ਤੇ ਉਦੋਂ ਜਿਹੜੇ ਪ੍ਰੋਗਰਾਮ ਦੇ ਕਰਨ ਵਾਲੇ ਨੇ ਉਹ ਆਪ ਹੀ ਕੁੰਡੀਆਂ ਲਾ ਲੈਂਦੇ ਨੇ, ਕਿਸੇ ਕਿਸਮ ਦੀ ਕੋਈ ਜਿੱਦਾਂ ਇੱਕ ਟੈਂਪਰੇਰੀ ਮੀਟਰ ਦੀ ਐਪਲੀਕੇਸ਼ਨ ਦੇਣੀ ਹੁੰਦੀ ਹੈ ਉਹ ਵੀ ਨਹੀਂ ਲੈਂਦੇ। ਗਲਤ ਕਹਿ ਰਹੇ ਆ। ਹਮੇਸ਼ਾ ਜਿੱਥੇ ਵੀ ਪੋਲੀਟੀਕਲ ਫੰਕਸ਼ਨਸ ਹੋਏ ਆ ਜੀ, ਉੱਥੇ ਉਹਨਾਂ ਨੇ ਬਕਾਇਦਾ ਟੈਂਪਰੇਰੀ ਮੀਟਰ ਲਿੱਤੇ ਆ ਕਿ ਸਾਡਾ ਰਿਕਾਰਡ ਚੈੱਕ ਕਰ ਸਕਦੇ ਜੀ। ਬਿਲਕੁਲ ਰਿਕਾਰਡ ਚੈੱਕ ਕਰ ਸਕਦੇ ਹੋ, ਰਾਈਟ ਟੂ ਇਨਫੋਰਮੇਸ਼ਨ ਵੀ ਹੈ ਸਾਡੇ ਕੋਲ ਹੈ, ਅਸੀਂ ਉਹਦੇ ਥਰੂ ਕਰ ਸਕਦੇ ਹਾਂ ਜੀ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਸਵਾਲ ਦੁਹਰਾਉਣਾ ਚਾਹਾਂਗਾ। ਅਸੀਂ ਗੱਲਬਾਤ ਕਰ ਰਹੇ ਸੀ ਸੋਸ਼ਲ ਵੈਬਸਾਈਟ ਜਿਹੜੀ ਚਲਦੀਆਂ ਪਈਆਂ ਨੇ, ਵਿਦਿਆਰਥੀਆਂ ਦਾ ਉਹਦੇ ਝੁਕਾਅ ਬਹੁਤ ਜ਼ਿਆਦਾ ਹੈ ਔਰ ਇੱਕ ਬਹੁਤ ਤਾਕਤਵਰ ਟੂਲ ਜਿਹੜਾ ਇਸ ਵੇਲੇ ਸਾਨੂੰ ਜੁੜਿਆ ਹੈ, ਜਿਹਨੇ ਕਿ ਸਾਨੂੰ ਇੱਕ ਇੰਟੈਗ੍ਰਿਟੀ ਜਾਂ ਜਿਹਨੂੰ ਏਕਤਾ ਜਿਹਨੂੰ ਕਹਿੰਦੇ ਨੇ ਪੂਰੇ ਸਾਡੇ ਸਮਾਜ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ ਜੇ ਕੋਈ ਵੀ ਇੱਕ ਅੱਛੀ ਚੀਜ਼ ਹੁੰਦੀ ਹੈ, ਸਾਰਿਆਂ ਦਾ ਇਕੱਠ ਕਰਨਾ ਸੋਸ਼ਲ ਨੈਟਵਰਕਿੰਗ ਸਾਈਟ ਸਾਨੂੰ ਦਿੰਦੀਆਂ ਨੇ। ਲੇਕਿਨ ਫਿਰ ਵੀ ਦੇਖਿਆ ਗਿਆ ਕਿ ਇਹਨਾਂ ਦਾ ਦੁਰਪ੍ਰਭਾਵ ਜਿਹੜਾ ਨਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ। ਅੱਜ ਕੱਲ੍ਹ ਹਰ ਵਿਦਿਆਰਥੀ ਦੇ ਹੱਥ ਦੇ ਵਿੱਚ ਮੋਬਾਈਲ ਰਹਿੰਦਾ ਹੈ ਔਰ ਆਪਣੇ ਆਪ ਨੂੰ ਉਹ ਬਿਲਕੁਲ ਡਿਸਕਨੈਕਟ ਕਰਦਾ ਜਾ ਰਿਹਾ ਹੈ, ਆਪਣੇ ਰਿਸ਼ਤੇਦਾਰਾਂ ਕੋਲੋਂ, ਪਰਿਵਾਰਾਂ ਕੋਲੋਂ, ਦੋਸਤਾਂ ਕੋਲੋਂ ਬਿਲਕੁਲ ਪਰੇ ਹੁੰਦਾ ਜਾ ਰਿਹਾ ਹੈ। ਤੇ ਇਸ ਕਿਸਮ ਨੂੰ ਯੂਜ਼ ਕਰਨ ਲਈ
ਉਹਨਾਂ ਇੱਕ ਵਿਦਿਆਰਥੀਆਂ ਦੀ ਨੈਤਿਕ ਜ਼ਿੰਮੇਵਾਰੀ ਕੀ ਬਣਦੀ ਹੈ ਤਾਂ ਜੋ ਇਸ ਟੈਕਨੀਕ ਦਾ ਇਸਤੇਮਾਲ ਕਰਦੇ ਹੋਏ, ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੋਏ ਵੀ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਔਰ ਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਜੁੜੇ ਰਹਿਣ। ਦੇਖੋ ਮਨਰ ਜੀ, ਅਤੀ ਤਾਂ ਹਰ ਚੀਜ਼ ਦੀ ਮਾੜੀ ਹੈ। ਕਿਸੇ ਚੀਜ਼ ਦੀ ਵੀ ਜੇ ਅੱਛਾ ਭੋਜਨ ਹੋਵੇ ਤਾਂ ਉਹ ਅੱਛੇ ਭੋਜਨ ਦਾ ਜ਼ਿਆਦਾ ਖਾਣਾ ਉਹ ਵੀ ਨੁਕਸਾਨ ਕਰਦਾ ਹੈ। ਤੇ ਇਹ ਤਾਂ ਥੋੜਾ ਬਹੁਤ ਸੰਯਮ ਅਗਰ ਅਸੀਂ ਕਰਾਂਗੇ, ਸਾਰੇ ਆਪਣੇ ਜੀਵਨ 'ਚ ਲਿਆਵਾਂਗੇ, ਤਾਂ ਹੀ ਇਹ ਅਸੀਂ ਇੱਕ ਠੀਕ ਤਰ੍ਹਾਂ ਦਾ ਜੀਵਨ ਜੀ ਸਕਦੇ ਹਾਂ। ਬਹੁਤ ਅੱਛਾ ਫਾਇਦਾ ਹੋਇਆ ਹੈ, ਦੇਸ਼ ਦੇ ਵਿੱਚ ਰੈਵੋਲੂਸ਼ਨ ਤੱਕ ਆ ਗਈਆਂ ਨੇ ਸੋਸ਼ਲ ਨੈਟਵਰਕਿੰਗ ਨਾਲ, ਬੜਾ ਅੱਛਾ ਮਾਧਿਅਮ ਹੈ। ਲੇਕਿਨ ਇਸ ਦੇ ਨਾਲ ਨਾਲ ਸਾਨੂੰ ਸੰਤੁਲਨ ਬਣਾ ਕੇ ਚੱਲਣਾ ਚਾਹੀਦਾ ਹੈ ਵਿਦਿਆਰਥੀ ਨੂੰ ਕਿ ਕਿੰਨਾ ਸਮਾਂ ਮੈਂ ਇਸ ਨੂੰ ਦੇਣਾ ਹੈ ਤਾਂ ਕਿ ਮੇਰੀ ਪੜ੍ਹਾਈ ਦਾ ਨੁਕਸਾਨ ਨਾ ਹੋਏ, ਕਿੰਨਾ ਸਮਾਂ ਇਸ ਨੂੰ ਦੇਣਾ ਹੈ ਤਾਂ ਕਿ ਮੈਂ ਦੋਸਤਾਂ ਨਾਲ ਗੱਲਬਾਤ ਵੀ ਕਰ ਸਕਾਂ, ਕਿੰਨਾ ਸਮਾਂ ਦੇਵਾਂ ਤਾਂ ਕਿ ਮੈਂ ਖੇਡ ਵੀ ਸਕਾਂ ਔਰ ਬਾਕੀ ਆਪਣੀ ਸਾਰੀ ਜ਼ਿੰਮੇਵਾਰੀਆਂ ਵੀ ਪੂਰੀ ਕਰ ਸਕਾਂ। ਤੇ ਜਦ ਤੱਕ ਅਸੀਂ ਹਰ ਚੀਜ਼ ਦਾ, ਜਿਸ ਤਰ੍ਹਾਂ ਕਿਹਾ ਸੀ ਭਾਈ ਸਾਹਿਬ ਨੇ ਵੀ, ਕਿ ਜਿਹੜਾ ਅਨੁਸ਼ਾਸਨ ਹੈ ਆਪਣੇ ਜੀਵਨ ਵਿੱਚ ਲਿਆਣਾ, ਉਹੀ ਐਂਡ ਆਫ ਦੀ ਡੇ ਇੱਕ ਉਹੀ ਸੋਲੂਸ਼ਨ ਹੈ ਹਰ ਸਮੱਸਿਆ ਦਾ ਸਮਾਜ ਦੀ। ਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਪ੍ਰਯਾਸ ਕਰਨਾ ਚਾਹੀਦਾ ਹੈ। ਅਸ਼ੋਕ ਜੀ, ਮੈਂ ਤੁਹਾਡੇ ਕੋਲ ਜਾਣਾ ਚਾਹਾਂਗਾ, ਸਾਡੇ ਕੋਲ ਸਮਾਂ ਥੋੜਾ ਘੱਟ ਰਹਿ ਗਿਆ ਹੈ ਔਰ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਜਿਹੜਾ ਵਿਚਾਰ ਨੇ ਔਰ ਹੋਰ ਕਿਸੇ ਕਿਸਮ ਦਾ ਜਿਹੜਾ ਸੁਝਾਅ ਨੇ ਸਾਡੇ ਦਰਸ਼ਕਾਂ ਨੂੰ ਦੇਣਾ ਚਾਹ ਰਹੇ ਹੋ ਤਾਂ ਜੋ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ, अपनी पूरी जिम्मेदारी का एहसास होते हुए वो निभा सकन। नहीं, मैं तो यही कहूँगा कि हम सब अपनी अपनी नैतिक जिम्मेदारी समझें, खाली दूसरों के ऊपर बात न टालें, दूसरों की कमियां गिनने की बजाय खुद को नैतिक रूप से मजबूत करें, तो हमारे चारों ओर का समाज भी ज़रूर मजबूत बनेगा। और समाज में जागरूकता फैलाने का भी प्रयास करें। जो हमारे भारतीय पारंपरिक परंपराएं हैं उसमें जो अच्छे वैल्यूज हैं, अच्छे नैतिक वो हैं मूल्य, उनको स्वीकार करें, अंगीकृत करें। बाहर के जो कल्चर हम ले रहे हैं उसकी सिर्फ अच्छी बातें लें, उसकी खराब बातें न आने दें हमारे अंदर। जी सही साहब, ਤੁਸੀਂ ਕੀ ਇੱਕ ਸੁਝਾਅ ਦੇਣਾ ਚਾਹੋਗੇ? ਪਾਵਰ ਸੈਕਟਰ ਨਾਲ ਰਿਲੇਟਡ ਹੈ ਤੇ ਮੈਂ ਇਹ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਜਿੰਨੀ ਮਿਨੀਮਮ ਤੋਂ ਮਿਨੀਮਮ ਰਿਕੁਆਇਰਡ એનર્ਜੀ ਹੈ ਜਾਂ ਇਲੈਕਟ੍ਰਿਸਿਟੀ ਹੈ ਲਾਈਟਿੰਗ ਲਈ ਜਾਂ ਹੋਰ ਪਰਪਸ ਲਈ ਉਹ ਯੂਜ਼ ਕਰੋ ਤਾਂ ਕਿ ਪਾਵਰ ਸੈਕਟਰ ਜਿਹੜਾ ਸਰਵਾਈਵ ਕਰ ਸਕੇ। ਜਦੋਂ ਅਸੀਂ ਟੀਵੀ ਨਹੀਂ ਯੂਜ਼ ਕਰ ਰਹੇ ਤਾਂ ਰਿਮੋਟ ਨਾ ਬੰਦ ਨਾ ਕਰੋ, ਉਹਨੂੰ ਜਾ ਕੇ ਸਵਿਚ ਨਾ ਬੰਦ ਕਰੋ। ਅਗਰ ਸਾਰੇ ਇਹ ਆਦਤ ਹੀ ਅਪਣਾ ਲੈਣ ਤੇ ਪੰਜਾਬ ਵਿੱਚ 300 ਮੈਗਾਵਾਟ ਬਿਜਲੀ ਜਿਹੜੀ ਆ ਬਚ ਸਕਦੀ। ਬਹੁਤ ਵਧੀਆ ਸੁਝਾਅ ਦਿੱਤੇ। ਤੇ ਦੀਵਾਨ ਸਾਹਿਬ, ਤੁਹਾਡੇ ਵੱਲੋਂ ਕੋਈ ਸੁਝਾਅ ਦੇਣਾ ਚਾਹੋਗੇ ਨੈਤਿਕ ਜ਼ਿੰਮੇਵਾਰੀ ਦੇ ਉੱਤੇ? ਮੈਂ ਬੀਜੇਪੀ ਦਾ ਸਟੇਟ ਸਪੋਕਸਮੈਨ ਆ ਪੰਜਾਬ ਦਾ। ਮੇਰਾ ਇਹ ਮੰਨਣਾ ਹੈ ਕਿ ਹਰ ਵਿਅਕਤੀ ਦੀ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲੇ ਮੇਰਾ ਦੇਸ਼, ਉਸ ਤੋਂ ਬਾਅਦ ਮੇਰਾ ਦਲ, ਉਸ ਤੋਂ ਬਾਅਦ ਮੇਰਾ ਪਰਿਵਾਰ, ਉਸ ਤੋਂ ਬਾਅਦ ਮੈਂ। ਔਰ ਮੈਂਟਲੀ ਸਟਰੋਂਗ ਇੰਨਾ ਕੁ ਆਪਣੇ ਆਪ ਨੂੰ ਬਣਾਓ ਕਿਉਂਕਿ ਜਿਸ ਵੇਲੇ ਇਹ ਸਾਰੀਆਂ ਭਾਵਨਾਵਾਂ, ਤਿਆਗ, ਅਨੁਸ਼ਾਸਨ, ਨਿਸਵਾਰਥ ਭਾਵ ਜਿਸ ਵੇਲੇ ਮਨ 'ਚ ਆਏਗਾ ਔਰ ਜਿਸ ਵੇਲੇ ਤੁਸੀਂ ਸਟਰੋਂਗ ਹੋਵੋਗੇ ਤਾਂ ਇੱਕ ਜੁਗਨੂ ਨੂੰ ਯਾਦ ਕਰ ਲੈਣਾ, ਕਿਉਂਕਿ ਜੁਗਨੂ ਨੂੰ ਹਨੇਰੇ ਦੇ ਵਿੱਚ ਕਦੀ ਵੀ ਰੋਸ਼ਨੀ ਦੀ ਤਲਾਸ਼ ਨਹੀਂ ਹੁੰਦੀ। ਬਿਲਕੁਲ। ਔਰ ਆਪਣੇ ਆਪ ਨੂੰ ਇੱਕ ਜੁਗਨੂ ਬਣ ਕੇ ਸਮਾਜ ਦੇ ਵਿੱਚ ਚਮਕਦੇ ਹੋਏ ਕੰਮ ਕਰੋ। ਵੀਰਪਾਲ ਮੈਮ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਤੁਹਾਡੇ ਕੀ ਵਿਚਾਰ ਨੇ ਔਰ ਖਾਸ ਤੌਰ ਤੇ ਜਿਹੜਾ ਇੱਕ ਬੱਚਾ ਹੁੰਦਾ ਹੈ ਉਹ ਪਰਿਵਾਰ ਦੇ ਕੋਲੋਂ ਕਿਸ ਤਰੀਕੇ ਦੀ ਨੈਤਿਕ ਜ਼ਿੰਮੇਵਾਰੀ ਸਿੱਖਦਾ ਹੈ ਔਰ ਉਸ ਤਰੀਕੇ ਦੇ ਜਿਹੜੇ ਵੂਮਨ ਦੇ ਨਾਲ ਜੁੜੇ ਹੋਏ ਨੇ, ਨਾਰੀ ਦੇ ਨਾਲ ਜੁੜੇ ਹੋਏ ਨੇ, ਔਰਤਾਂ ਨਾਲ ਜੁੜੇ ਹੋਏ ਜਿਹੜੇ ਨੈਤਿਕ ਜ਼ਿੰਮੇਵਾਰੀਆਂ ਨੇ ਦੂਸਰਿਆਂ ਦੀਆਂ ਨੇ, ਉਹ ਕਿਸ ਤਰੀਕੇ ਦੇ ਨਾਲ ਅਸੀਂ ਨਿਭਾ ਸਕਦੇ ਹਾਂ? ਬੱਚੇ ਦਾ ਸਭ ਤੋਂ ਪਹਿਲਾ ਜੋ ਹੈ ਸਿੱਖਣ ਦਾ, ਉਹ ਘਰ ਹੈ। ਘਰ ਚੋਂ ਉਹ ਸਿੱਖਿਆ ਗ੍ਰਹਿਣ ਕਰਦਾ ਹੈ। ਇੱਕ ਤਰ੍ਹਾਂ ਨਾਲ ਸਕੂਲ ਬੱਚੇ ਦਾ ਘਰ ਪਹਿਲਾਂ ਫਸਟ ਸਟੇਜ ਉਹਦੀ ਘਰ ਹੀ ਹੁੰਦਾ ਹੈ। ਇੱਕ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਦੱਸਣਾ ਚਾਹਾਂਗੀ ਕਿ ਗਰੀਬ ਪਰਿਵਾਰ 'ਚ ਇੱਕ ਲੜਕਾ ਕਾਫੀ ਇੰਟੈਲੀਜੈਂਟ ਸੀ। ਉਸਦੇ ਮਾਤਾ ਪਿਤਾ ਨੇ ਉਸਨੂੰ ਕਾਫੀ ਅੱਛੀ ਸਿੱਖਿਆ ਦਿੱਤੀ। ਉਹ ਇੱਕ ਗਜ਼ਟਡ ਅਫਸਰ ਦੀ ਪੋਸਟ 'ਤੇ ਪਹੁੰਚ ਗਏ। ਪਰ ਜਦੋਂ ਅਫੀਸਰ ਸਾਹਿਬਾਨ ਦੇ ਘਰ ਲੋਕਾਂ ਨੇ ਕੰਮਕਾਜ ਲਈ ਆਉਣਾ ਸ਼ੁਰੂ ਕਰ ਦਿੱਤਾ ਤਾਂ ਉਸਦੇ ਮਾਤਾ ਪਿਤਾ ਬਜ਼ੁਰਗ ਹੋ ਚੁੱਕੇ ਸਨ। ਜਿਵੇਂ ਉਹਨਾਂ ਨੇ ਕੋਲੇ ਖਾਂਸੀ ਆ ਗਈ ਜਾਂ ਉਹਨਾਂ ਨੂੰ ਵਿੱਚੋਂ ਟੋਕਾ ਟਾਕੀ ਵੀ ਕੋਈ ਗੱਲਬਾਤ ਕਰਨ ਲੱਗੇ ਜਾਂ ਕੁਛ ਇੱਦਾਂ ਦੀ, ਉਹ ਆਪਣੀ ਬੇਇੱਜ਼ਤੀ ਮਹਿਸੂਸ ਸਮਝਦਾ ਸੀ ਵੀ ਕਿ ਮੇਰੇ ਮਾਤਾ ਪਿਤਾ ਮੇਰੇ ਕੋਲ ਬਾਹਰ ਦੇ ਅਫਸਰ ਆਉਂਦੇ ਨੇ ਔਰ ਪਬਲਿਕ ਆਉਂਦੀ ਹੈ, ਇਹ ਕੋਲੇ ਬੈਠਿਆਂ ਖਾਂਸੀ ਕਰ ਆ ਰਹੀ ਹੈ ਔਰ ਮੈਨੂੰ ਡਿਸਟਰਬ ਕਰਦੇ ਆ। ਉਹਦੇ ਮਨ 'ਚ ਇੱਕ ਆਈਡੀਆ ਆਇਆ ਕਿ ਮੈਂ ਇਹਨਾਂ ਨੂੰ ਕਿਉਂ ਨਾ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਸ਼ਿਫਟ ਕਰ ਦੇਵਾਂ। ਉਹਨੇ ਆਪਣੇ ਮਾਤਾ ਪਿਤਾ ਨੂੰ ਉੱਪਰ ਸ਼ਿਫਟ ਕਰ ਦਿੱਤਾ ਔਰ ਉਹਨਾਂ ਨੂੰ ਇੱਕ ਬੈਲ ਦੇ ਦਿੱਤੀ ਵੀ ਜਦੋਂ ਵੀ ਲੋੜ ਹੋਵੇ ਤੁਸੀਂ ਬੈਲ ਕਰ ਦੇਣੀ ਆ, ਤੁਹਾਡੇ ਕੋਲ ਨੌਕਰ ਆਏਗਾ, ਤੁਹਾਨੂੰ ਹਰ ਚੀਜ਼ ਮਿਲੇਗੀ।
एक दिन काफ़ी दिनों बाद एक दिन की होया कि उन्होंने बैल ना की, बैल ना आई, पूरा दिन टप गया और उसने शाम ਨੂੰ ਉੱਪਰ ਜਾ ਕੇ ਆਪਣੇ ਪੇਰੈਂਟਸ ਕੋਲ ਗਏ ਔਰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੱਜ ਬੈਲ ਨਹੀਂ ਕੀਤੀ, ਤੁਹਾਨੂੰ ਅੱਜ ਜ਼ਰੂਰਤ ਨਹੀਂ ਸੀ। ਉਹਨਾਂ ਨੇ ਕਿਹਾ ਵੀ ਸਾਨੂੰ ਅੱਜ ਬੈਲ ਮਿਲੀ ਨਹੀਂ ਜੀ, ਬੈਲ ਗੁੰਮ ਹੋ ਚੁੱਕੀ ਸੀ, ਉਹਨਾਂ ਨੂੰ ਮਿਲੀ ਨਾ। ਉਹਨਾਂ ਨੇ ਫਿਰ ਘਰ 'ਚ ਜਦੋਂ ਪਤਾ ਕੀਤਾ ਤਾਂ ਉਹਨਾਂ ਦਾ ਜਿਹੜਾ ਬੇਟਾ ਸੀ ਉਹ ਬੈਲ ਚੁਰਾ ਲਿਆਇਆ ਜੀ, ਔਰ ਬੱਚੇ ਨੂੰ ਸੱਦਿਆ ਗਿਆ, ਬੱਚੇ ਨੂੰ ਪੁੱਛਿਆ ਗਿਆ ਕਿ ਤੁਸੀਂ ਬੈਲ ਕਿਉਂ ਚਰਾਈ। ਉਹ ਕਹਿੰਦਾ ਵੀ ਬੈਲ ਮੈਂ ਨਾ ਇਸ ਕਰਕੇ ਚਰਾਈ ਹੈ ਕਿ ਕੱਲ ਨੂੰ ਮੇਰੇ ਮਾਤਾ ਪਿਤਾ ਨੇ ਵੀ ਬਜ਼ੁਰਗ ਹੋਣਾ ਹੈ ਬਿਲਕੁਲ ਔਰ ਇਹਨਾਂ ਨੂੰ ਵੀ ਮੈਂ ਉੱਪਰ ਸ਼ਿਫਟ ਕਰੂੰਗਾ ਔਰ ਮੈਂ ਇਹ ਬੈਲ ਉਹਨਾਂ ਦੇ ਕੰਮ ਆਏਗੀ। बहुत बढ़िया मैसेज देता है आपने सुझाव ਦੇ ਵਾਸਤੇ। मैं डॉक्टर मोदी जी को जाना चाहांगा। मोदी साहब ਤੁਸੀਂ ਦੱਸੋਗੇ ਕਿ ਕਿਸ ਤਰੀਕੇ ਦਾ ਸੁਝਾਵ ਨੈਤਿਕ ਜ਼ਿੰਮੇਵਾਰੀ ਇਸ ਤੇ? ਇੱਕੋ ਚੀਜ਼ ਸਾਨੂੰ ਨੈਤਿਕ ਬਣਾ ਸਕਦੀ ਹੈ, ਅਗਰ ਅਸੀਂ ਆਪਣੀ ਜ਼ਰੂਰਤਾਂ ਨੂੰ ਘੱਟ ਰੱਖੀਏ, ਆਪਣੀ ਆਕਾਂक्षाਵਾਂ ਤੇ ਕਾਬੂ ਰੱਖੀਏ ਔਰ ਪਹਿਲਾਂ ਇਹ ਸੋਚੀਏ ਕਿ ਮੈਂ ਸਮਾਜ ਦੇ ਪ੍ਰਤੀ ਕੀ ਕਰਨਾ ਹੈ। ਸਮਾਜ ਪ੍ਰਧਾਨ ਹੋਏ ਔਰ ਮੈਂ ਉਸ ਦਾ ਇੱਕ ਅੰਸ਼ ਹਾਂ, ਇਸ ਕਰਕੇ ਸਮਾਜ ਨੂੰ ਪਹਿਲਾਂ ਰੱਖੇ, ਆਪਣਾ ਸਵਾਰਥ ਬਾਅਦ 'ਚ ਰੱਖੀਏ, ਇਹੀ ਸਾਨੂੰ ਨੈਤਿਕ ਬਣਾ ਸਕਦਾ ਹੈ। ਦਰਸ਼ਕੋ, ਅੱਜ ਅਸੀਂ ਬਹੁਤ ਵਧੀਆ ਚਰਚਾ ਕੀਤੀ ਆਪਣੇ ਪ੍ਰੋਗਰਾਮ ਚੈਟ ਸ਼ੋਅ ਦੇ ਵਿੱਚ, ਜਿਹਦਾ ਵਿਸ਼ਾ ਸੀਗਾ ਸਾਡੀ ਨੈਤਿਕ ਜ਼ਿੰਮੇਵਾਰੀ। ਔਰ ਅਸੀਂ ਚਾਹਾਂਗੇ ਕਿ ਜਿਹੜੇ ਦਰਸ਼ਕਾਂ ਨੇ ਇਸ ਪ੍ਰੋਗਰਾਮ ਦੇਖਿਆ ਹੈ ਉਹ ਜਾ ਕੇ ਇਹਦਾ ਪੂਰਾ ਪ੍ਰਸਾਰ ਕਰਨ, ਲੋਕਾਂ ਨੂੰ ਵੀ ਦੱਸਣ, ਲੋਕਾਂ ਨੂੰ ਵੀ ਸਮਝਾਉਣ। ਤੇ ਮੈਂ ਚਾਹਾਂਗਾ ਅਸੀਂ ਸਾਰੇ ਜਾਣੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝੀਏ ਤੇ ਅੱਜ ਅਸੀਂ ਸਾਰੇ ਇੱਕ ਪ੍ਰਣ ਲਈਏ, ਇੱਕ ਸ਼ਬਦ ਲਈਏ ਕਿ ਆਪਣੇ ਮਾਪਿਓ ਦੀ ਅਸੀਂ ਸੇਵਾ ਕਰੀਏ, ਉਹਨਾਂ ਨੂੰ ਸੁਖੀ ਰੱਖੀਏ, ਭੈਣਾਂ ਭਰਾਵਾਂ ਦਾ ਪੂਰਾ ਸਤਿਕਾਰ ਕਰੀਏ, ਗੁਰੂਆਂ ਦਾ ਪੂਰਾ ਸਨਮਾਨ ਕਰੀਏ, ਦੋਸਤਾਂ ਨੂੰ ਪੂਰੀ ਮਦਦ ਕਰੀਏ। ਤੇ ਅਸੀਂ ਇਸ ਪ੍ਰੋਗਰਾਮ ਦੇ ਨਾਲ ਕਿ ਤਾਂ ਕਿ ਆਉਣ ਵਾਲਾ ਟਾਈਮ ਸਾਡਾ ਬਹੁਤ ਬਹੁਤ ਸੁਖਮਈ ਰਹੇ। ਅਸੀਂ ਅਗਲੇ ਹਫਤੇ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਧੰਨਵਾਦ।